24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਜਸ ਬਰਾੜ ਆਪਣੇ ਲੋਕ ਆਪਣੀਆਂ ਗੱਲਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਤੇ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਸਾਡੇ ਸਟੂਡੀਓ 'ਚ ਪਹੁੰਚੇ ਆ ਮਹਿਮਾਨ ਪ੍ਰਭ ਸਿਮਰਨਜੀਤ ਤੇ ਸੁਖਪ੍ਰੀਤ ਜੀ। ਉਹਨਾਂ ਨਾਲ ਗੱਲਬਾਤ ਕਰਾਵਾਂਗੇ, ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ। ਬਹੁਤ ਸੋਹਣਾ ਕੰਮ ਕਰ ਰਹੇ ਆ, ਅਵੇਅਰਨੈਸ ਵਾਲਾ ਕੰਮ ਕਰ ਰਹੇ ਆ, ਸਾਡੇ ਹੱਕਾਂ ਦੀ ਗੱਲਬਾਤ ਕਰ ਰਹੇ ਆ ਤੇ ਉਹ ਆਵਰ ਰਾਈਟ ਅਵੇਅਰਨੈਸ ਈਵੈਂਟ ਕਰਾਉਣ ਜਾ ਰਹੇ ਆ। ਤੇ ਪਹਿਲਾਂ ਕਰਦੇ ਜੀ ਉਹਨਾਂ ਦਾ ਸਵਾਗਤ। ਸਵਾਗਤ ਹੈ ਜੀ ਤੁਹਾਡਾ ਪ੍ਰਭ ਸਿਮਰਨ ਜੀ। ਤੁਸੀਂ ਟਾਈਮ ਕੱਢਿਆ ਤੇ ਸਾਡੇ ਸਟੂਡੀਓ 'ਚ ਪਹੁੰਚੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਤੁਹਾਡਾ ਵੀ ਨਿੱਘਾ ਸਵਾਗਤ ਜੀ। ਤੇ ਅੱਜ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ। ਮੈਂ ਸੋਚਦਾ ਹੁੰਦਾ ਇਹੋ ਜਿਹੇ ਮੁਲਕ ਦੇ ਵਿੱਚ ਵੀ ਆ ਕੇ ਤੇ ਜੋ ਆਪਣੇ ਲਈ ਸਾਰੇ ਹੀ ਕਰਦੇ ਆ, ਆਪਣੇ ਲਈ ਸਾਰੇ ਟਾਈਮ ਕੱਢਦੇ, ਤੇ ਤੁਸੀਂ ਜਿਹੜੇ ਲੋਕਾਂ ਦੀ ਆਵਾਜ਼ ਚੱਕਦੇ ਆ, ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੀ ਗੱਲਬਾਤ ਕਰਦੇ ਆ। ਤੇ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਜੀ, ਜਿਹੜਾ ਆਪਾਂ ਈਵੈਂਟ ਕਰਾ ਰਹੇ ਆ ਸਾਡੇ ਹੱਕ ਅਵੇਅਰਨੈਸ ਈਵੈਂਟ, ਇਹ ਕਦੋਂ ਈਵੈਂਟ ਹੋ ਰਿਹਾ ਤੇ ਕਿੱਥੇ ਹੋ ਰਿਹਾ? ਇਹ ਜੀ ਜਿਹੜਾ ਇਵੈਂਟ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਨਾਮ ਦੱਸਿਆ ਆਵਰ ਰਾਈਟਸ ਅਵੇਅਰਨੈਸ ਇਵੈਂਟ ਜੀ, ਤੇ ਇਹ ਪੰਜਾਬੀ 'ਚ ਇਹਨੂੰ ਆਪਾਂ ਕਹੀਏ ਸਾਡੇ ਹੱਕ ਜੀ, ਹੈ ਨਾ। ਹੁਣ ਇਹ ਜਿਹੜਾ ਇਵੈਂਟ ਅਸੀਂ ਕਰਵਾ ਰਹੇ ਹਾਂ ਬਰੈਂਪਟਨ ਦੇ ਡਾਊਨਟਾਊਨ ਦੇ ਵਿੱਚ, ਜਿਹੜਾ ਗਾਰਡਨ ਸੈਂਟਰ ਹੈ ਜਿੱਥੇ ਵੱਡੀ ਸਕਰੀਨ ਲੱਗੀ ਹੋਈ ਹੈ ਨਾ ਜੀ। ਸੋ ਉਸ ਥਾਂ ਤੇ ਜਿਹੜਾ ਇਹ ਇਵੈਂਟ ਹੋਏਗਾ April 23 ਅਪ੍ਰੈਲ ਨੂੰ ਜੀ। ਤੇ ਟਾਈਮ ਜਿਹੜਾ ਉਹ 12:30 ਤੋਂ 4 ਵਜੇ। ਇਹ ਜਿਹੜਾ 23 ਅਪ੍ਰੈਲ ਨੂੰ ਆਪਾਂ ਇਵੈਂਟ ਜਿਹੜਾ ਡਾਊਨਟਾਊਨ ਬਰੈਂਪਟਨ ਦੇ ਵਿੱਚ ਕਰਵਾ ਰਹੇ ਹਾਂ, ਤੇ ਉੱਥੇ ਲਈ ਇਹ ਕਿੱਦਾਂ ਦਾ ਉੱਥੇ ਪ੍ਰਬੰਧ ਹੋਊਗਾ ਤੇ ਜਾਂ ਆਪਾਂ ਕੀ ਕਹਿਣਾ ਚਾਹੁੰਦੇ ਆ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਕਿੱਦਾਂ ਉੱਥੇ ਸ਼ਿਰਕਤ ਕਰ ਸਕਦੇ ਆ? ਦੇਖੋ ਜੀ, ਇਹ ਇਵੈਂਟ ਜਿਹੜਾ ਨਾ, ਜਿਵੇਂ ਕਿ ਨਾਮ ਆਪਾਂ ਤੁਹਾਨੂੰ ਮੈਂ ਦੱਸਿਆ ਆਵਰ ਰਾਈਟਸ ਸਾਡੇ ਹੱਕ, ਇਹ ਸਾਰੇ ਉਹ ਬੰਦੇ ਜੋ ਕੈਨੇਡਾ ਦੇ ਆਪਣੇ ਆਪ ਨੂੰ ਬਸ਼ਿੰਦੇ ਗਿਣਦੇ ਆ ਜੀ। ਸੋ ਜੋ ਸਮਝਦੇ ਆ ਕਿ ਕੈਨੇਡਾ ਸਾਡਾ ਮੁਲਕ ਹੈ, ਚਾਹੇ ਉਹ ਇੱਥੇ ਦੇ ਜੰਪਲ ਹੈ, ਚਾਹੇ ਉਹ ਇੰਡੀਆ ਤੋਂ ਆਏ ਹੈ, ਚਾਹੇ ਉਹ ਪੰਜਾਬ ਤੋਂ ਆਏ ਹੈ। ਸੋ ਉਹ ਸਮਝਦੇ ਆ ਕਿ ਹੁਣ ਅਸੀਂ ਇੱਥੇ ਰਹਿੰਦੇ ਹਾਂ, ਸੋ ਜਿੱਥੇ ਅਸੀਂ ਰਹਿੰਦੇ ਹੁੰਦੇ ਹਾਂ ਉਹ ਸਾਡਾ ਮੁਲਕ ਹੁੰਦਾ ਹੈ। ਬਿਲਕੁਲ। ਸੋ ਇੱਥੇ ਮੁਲਕ 'ਚ ਰਹਿੰਦੇ ਹੋ, ਜਿਵੇਂ ਭਾਈ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ ਕਿ ਤੁਸੀਂ ਮਤਲਬ ਕੰਮ ਜਿਹੜਾ ਇੱਦਾਂ ਦਾ ਕਾਰਜ ਵਿੰਡਿਆ ਕਿ ਤੁਸੀਂ ਕਿਸੇ ਲਈ ਕਰ ਰਹੇ ਹੋ। ਭਾਈ ਸਾਹਿਬ, ਇਹ ਕਿਸੇ ਲਈ ਅਸੀਂ ਨਹੀਂ ਕਰ ਰਹੇ, ਇਹ ਆਪਾਂ ਸਾਰੇ ਇੱਕ ਹੀ ਹਾਂ, ਅਸੀਂ ਆਪਣੇ ਆਪ ਲਈ ਹੀ ਕਰ ਰਹੇ ਹਾਂ, ਕਿਉਂਕਿ ਇਹ ਕੰਮ ਇਕੱਲੇ ਕਰਨ ਵਾਲਾ ਹੈ ਹੀ ਨਹੀਂ ਹੈ। ਇਹਦੇ ਨਾਲ ਸਾਨੂੰ ਸਾਰਿਆਂ ਦੀ ਜਿਹੜੀ ਹੈ ਉਹ ਲੋੜ ਪਏਗੀ। ਇਹ ਇਵੈਂਟ ਜਿਹੜਾ ਹੈਗਾ, ਇਹ ਹੈਗਾ ਜੋ ਸਾਡੇ ਨਾਲ ਇੱਥੇ ਕੈਨੇਡਾ ਦੇ ਵਿੱਚ ਜਾਂ ਬਰੈਂਪਟਨ ਦੇ ਵਿੱਚ, ਅਸੀਂ ਖਾਸ ਕਰਕੇ ਜਿਵੇਂ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਦੀ ਗੱਲ ਕਰੀਏ। ਸੋ ਕੀ ਫਰਕ ਹੈ, ਆਪਾਂ ਇੰਡੀਆ ਜਾਂ ਆਪਾਂ ਪੰਜਾਬ ਦੀ ਗੱਲ ਕਰੀਏ, ਸਾਰਿਆਂ ਨੂੰ ਪੰਜਾਬ ਦੇ ਨਾਲ ਬਹੁਤ ਪਿਆਰ ਹੈ। ਆਪਾਂ ਪੰਜਾਬ ਛੱਡ ਕੇ ਆਏ ਸੀ। ਆਪਾਂ ਪੰਜਾਬ ਛੱਡਿਆ ਕਿਉਂ ਸੀ? ਕਿਉਂਕਿ ਇੱਥੇ ਸਾਡੇ ਵਾਸਤੇ ਕੋਈ ਬਿਹਤਰ ਜ਼ਿੰਦਗੀ ਹੈ, ਸਾਡੇ ਵਾਸਤੇ ਇੱਥੇ ਬੈਟਰ ਐਜੂਕੇਸ਼ਨ ਹੈ, ਸਾਡੇ ਵਾਸਤੇ ਇੱਥੇ ਅਸੀਂ ਕੋਈ ਵਧੀਆ ਕਮਾਈਆਂ ਕਰ ਸਕਦੇ ਹਾਂ। ਸੋ ਉਸ ਤੋਂ ਇਲਾਵਾ ਜਿਹੜੀ ਇੱਕ ਬਹੁਤ ਵੱਡੀ ਚੀਜ਼ ਜਿਹੜੀ ਕਿ ਅਸੀਂ ਬਹੁਤ ਵੱਧ ਚੜਾ ਕੇ ਦੱਸਦੇ ਹੁੰਦੇ ਸੀ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਹੱਕਾਂ ਨੂੰ ਆਪਣੀ ਆਵਾਜ਼ ਰੱਖਣ ਦਾ ਜਿਹੜਾ ਇੱਕ ਆਜ਼ਾਦੀ ਹੈ ਉਹ ਬਹੁਤ ਹੈ। ਤੁਸੀਂ ਉਹਨੇ ਮਾਣ ਸਕਦੇ ਹੋ ਇੱਥੇ, ਤੁਸੀਂ ਆਜ਼ਾਦੀ ਮਾਣ ਸਕਦੇ ਹੋ ਇੱਥੇ ਜੀ। ਸੋ ਉਹ ਆਜ਼ਾਦੀ ਦੀ ਅਸੀਂ ਗੱਲ ਕਰਨੀ ਹੈ ਕਿ ਕੀ ਉਹ ਜੇ ਅਸੀਂ ਪ੍ਰਤੱਖ ਤੌਰ ਤੇ ਦੇਖ ਸਕਦੇ ਹਾਂ ਕਿ ਉਹ ਸੱਚੀ ਮੁੱਚੀ ਜਿਹੜੀ ਆਜ਼ਾਦੀ ਅਸੀਂ ਗੱਲ ਕਰਦੇ ਹਾਂ ਉਹ ਸਾਡੇ ਕੋਲ ਹੈ ਜਾਂ ਨਹੀਂ ਹੈ। ਜੇ ਨਹੀਂ ਹੈ ਤਾਂ ਫਿਰ ਉਹ ਅਸੀਂ ਉਹਦੇ ਵਾਸਤੇ ਕਰ ਕੀ ਸਕਦੇ ਹਾਂ ਜੀ। ਜਿੱਦਾਂ ਪ੍ਰਭ ਸਿਮਰਨਜੀਤ ਸਿੰਘ ਜੀ ਤੁਸੀਂ ਦੱਸਿਆ ਕਿ ਇੱਥੇ ਸਾਡੇ ਹੱਕਾਂ ਦੀ ਗੱਲਬਾਤ ਕਰੀਏ, ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਚੀਜ਼ਾਂ ਤੇ ਗੱਲ ਕਰਨੀ ਬਣਦੀ ਆ? ਕਿਤੇ ਨਾ ਕਿਤੇ ਲਈ ਕਿੱਥੇ ਸਾਨੂੰ ਇਗਨੋਰ ਕੀਤਾ ਜਾ ਰਿਹਾ? ਜੇ ਆਪਾਂ ਬਰੈਂਪਟਨ ਦੀ ਗੱਲਬਾਤ ਕਰ ਲਈਏ ਤਾਂ ਮਿੰਨੀ ਪੰਜਾਬ ਵੀ ਅਸੀਂ ਕਹਿ ਸਕਦੇ ਹਾਂ, ਕਿਉਂਕਿ ਸਾਰਾ ਆਪਣਾ ਜਿਹੜਾ ਭਾਈਚਾਰਾ ਬਰੈਂਪਟਨ ਦੇ ਵਿੱਚ, ਇੱਦਾਂ ਹੀ ਆਪਾਂ ਸਰੀ ਦੇ ਵਿੱਚ, ਕੈਨੇਡਾ ਦੇ ਵਿੱਚ ਬਹੁਤ ਸਾਰੀ ਜਿਹੜੀ ਕਮਿਊਨਿਟੀ ਇਹੋ ਜਿਹੀ ਜਿਹੜੇ ਮੇਨ ਇਹ ਸਿਟੀ ਆ, ਤੇ ਇਹਨਾਂ ਨੂੰ ਅਸੀਂ ਮਿੰਨੀ ਪੰਜਾਬ ਵੀ ਕਹਿੰਦੇ ਤਾਂ ਉਹ ਗਲਤ ਨਹੀਂ ਹੋਊਗਾ। ਤੇ ਇੱਥੇ ਕਿਹੜੇ ਹੱਕਾਂ ਦੀ ਗੱਲ ਤੁਸੀਂ ਜਿਹੜੀ ਚੱਕ ਰਹੇ ਆ, ਕਿਹੜੇ ਹੱਕਾਂ ਦੀ ਗੱਲਬਾਤ ਕਰ ਰਹੇ ਆ, ਤੇ ਉਹ ਕੀ ਲੱਗਦਾ ਕਿ ਕਿਹੜੇ ਹੱਕ ਜਿਹੜੇ ਸਾਨੂੰ ਨਹੀਂ ਮਿਲ ਰਹੇ? ਦੇਖੋ, ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰੀਏ ਕਿ ਅਸੀਂ ਬਰੈਂਪਟਨ ਦੇ ਵਿੱਚ ਇੱਕ ਛੋਟੇ ਤੋਂ ਛੋਟਾ ਮਸਲਾ, ਚਾਹੇ ਉਹ ਸਨੋ ਚੁੱਕਣ ਦਾ ਮਸਲਾ ਹੋਵੇ ਜੀ, ਹੁਣ ਅਸੀਂ ਨੋਟ ਕਰਦੇ ਹਾਂ ਵੀ ਜੇ ਅਸੀਂ ਕਿਸੇ ਬਰੈਂਪਟਨ ਨੂੰ ਕੰਪੇਅਰ ਕਰਕੇ ਦੇਖਿਆ ਜਾਵੇ ਮਿਸੀਸਾਗਾ ਨਾਲ, ਜਾਂ ਬਰੈਂਪਟਨ ਨੂੰ ਕੰਪੇਅਰ ਕਰਕੇ ਦੇਖਿਆ ਜਾਵੇ ਗਲਫ ਨਾਲ, ਜਾਂ ਬਰੈਂਪਟਨ ਨੂੰ ਟੋਰਾਂਟੋ ਨਾਲ ਕੰਪੇਅਰ ਕਰਕੇ ਦੇਖਿਆ ਜਾਵੇ, ਸਾਰੇ ਲੋਕ ਕਹਿੰਦੇ ਬਰੈਂਪਟਨ 'ਚ ਸਨੋ ਨਹੀਂ ਚੱਕੀ ਜਾਂਦੀ। ਅੱਛਾ, ਬਰੈਂਪਟਨ ਦੇ ਵਿੱਚ ਵੀ ਜੇ ਅਸੀਂ ਦੋ ਏਰੀਏ ਦੇਖ ਲਈਏ, ਜਿੱਥੇ ਹੁਣ ਅਸੀਂ ਰਹਿੰਦੇ ਹਾਂ ਉਹ ਇਲਾਕਾ ਥੋੜਾ ਜਿਹੜਾ ਗੋਰਿਆਂ ਦਾ ਤੇ ਦੂਜਾ ਇਲਾਕਾ ਇੱਕ ਪੰਜਾਬੀਆਂ ਦਾ। ਹੁਣ ਇਹਦੇ ਵਿੱਚ ਆਮ ਤੌਰ ਤੇ ਲੋਕੀ ਇਹ ਬਹੁਤ ਗਲਤ ਤੌਰ ਤੇ ਸੋਚਦੇ ਕਿ ਇਹ ਕੋਈ ਰੇਸਿਜ਼ਮ ਨਹੀਂ ਹੈਗਾ। ਮੇਰੇ ਵੀ ਦਿਮਾਗ 'ਚ ਜਿੱਦਾਂ ਤੁਸੀਂ ਗੱਲਬਾਤ ਕੀਤੀ ਸੀ ਕਿ ਆ ਰਿਹਾ ਸੀਗਾ ਕਿ ਇਹ ਕੀ ਸਾਡੇ ਨਾਲ ਬਖੇਵਾ ਹੋ ਰਿਹਾ, ਕਿ ਸਾਡੇ 'ਚ
ਅਵੇਅਰਨੈਸ ਦੀ ਕਮੀ ਆ ਤੇ ਅਸੀਂ ਆਮ ਜਿਹੜਾ ਦੇਖਦੇ ਆ ਕਿ ਅਸੀਂ ਕਈ ਵਾਰ ਇਹ ਜਾਂ ਸਾਨੂੰ ਉਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਕਿ ਅਸੀਂ ਕਿਹਨੂੰ ਅਪਰੋਚ ਕਰੀਏ, ਕਿੱਥੇ ਕੰਪਲੇਨ ਕਰੀਏ। ਤੁਹਾਨੂੰ ਕੀ ਲੱਗਦਾ ਇਹ ਕਿਹੜੀਆਂ ਕਮੀਆਂ? ਵੈਸੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਜੀ। ਹੁਣ ਅਸੀਂ ਥੋੜੀ ਚਿਰ ਪਹਿਲਾਂ ਦੀ ਗੱਲ ਹੈ, ਅਸੀਂ ਮਾਲਟਨ ਗੁਰੂ ਘਰ ਸੇਵਾ ਕਰਦੇ ਹੁੰਦੇ ਸੀ। ਸੋ ਡਿਊਟੀ ਇੱਦਾਂ ਲੱਗੀ ਸੀ ਸਾਡੀ ਕਿ ਅਸੀਂ ਬੀਬੀਆਂ ਨੂੰ ਲੈ ਕੇ ਤੇ ਅਲੱਗ-ਅਲੱਗ ਬਰੈਂਪਟਨ ਦੇ ਮਿਸਿਸਾਗਾ ਦੇ ਏਰੀਆ 'ਚੋਂ ਅਸੀਂ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਾਉਣਾ ਹੁੰਦਾ ਸੀ। ਸੋ ਮੈਂ ਜਿੱਥੇ ਰਹਿੰਦਾ ਸੀਗਾ ਗੋਰਿਆਂ ਵਾਲਾ ਏਰੀਆ ਸੀਗਾ। ਸੋ ਮੈਂ ਆਪਣੇ ਘਰੋਂ ਨਿਕਲਣਾ ਸਨੋ ਚੁੱਕੀ ਹੋਈ ਹੈ ਤੇ ਜਦੋਂ ਅਸੀਂ ਉਹਨਾਂ ਦੇ ਘਰ ਜਾਣਾ ਉੱਥੇ ਸਨੋ ਨਹੀਂ ਚੱਕੀ ਹੋਈ। ਅਸੀਂ ਗੱਲ ਕਰਦੇ ਸੀ ਵੀ ਤੁਹਾਡੇ ਸਨੋ ਕਿਉਂ ਨਹੀਂ ਚੱਕਦੇ? ਉਹਨਾਂ ਦਾ ਉੱਤਰ ਹੁੰਦਾ ਸੀਗਾ ਇਹ ਬਸ ਇੱਥੇ ਐਵੇਂ ਹੀ, ਇੱਥੇ ਪਤਾ ਨਹੀਂ ਸਨੋ ਨਹੀਂ ਚੱਕਦੇ ਇੱਦਾਂ। ਪਰ ਮੈਨੂੰ ਉਹ ਚੀਜ਼ ਦਾ ਗੱਲ ਜਿਹੜੀ ਉਦੋਂ ਇੰਨੀ ਜ਼ਿਆਦਾ ਸਮਝ ਨਹੀਂ ਆਈ ਸੀ ਜੋ ਮੈਨੂੰ ਹੁਣ ਸਮਝ ਆਉਂਦੀ ਹੈ ਕਿ ਇਹ ਕੋਈ ਰੇਸਿਜ਼ਮ ਨਹੀਂ ਹੈਗਾ। ਇਹ ਗੱਲ ਹੈਗੀ ਕਿ ਜਿਹੜਾ ਆਵਾਜ਼ ਚੁੱਕੇਗਾ, ਜਿਹੜਾ ਆਪਣੀ ਗੱਲ ਰੱਖਣਾ ਚਾਹੇਗਾ ਉਹਦੀ ਗੱਲ ਸੁਣੀ ਜਾਏਗੀ। ਜੇ ਅਸੀਂ ਆਪਣੀ ਗੱਲ ਰੱਖਾਂਗੇ ਹੀ ਨਹੀਂ ਸੋ ਸਾਡੀ ਗੱਲ ਨਹੀਂ ਸੁਣੀ ਜਾਏਗੀ। ਅਸੀਂ ਚੁਣਿੰਦਾ ਜਿਹੜੇ ਆਪਾਂ MPPs ਭੇਜਦੇ ਹਾਂ ਆਪਣੇ ਹੀ ਪੰਜਾਬ ਦੇ ਉਹ ਜਾਂ ਇੱਥੇ ਦੇ ਜੰਪਲ ਹੈ, ਚਲੋ ਪੰਜਾਬੀਅਤ ਨਾਲ ਇੱਕ ਤਰੀਕੇ ਨਾਲ ਉਹ ਦਿਲ 'ਚ ਰੱਖਦੇ ਆ ਜਾਂ ਆਪਣੇ ਆਪ ਨੂੰ ਇਹ ਸ਼ੋਅ ਕਰਕੇ ਆਪਾਂ ਵੋਟਾਂ ਉਹਨਾਂ ਨੂੰ ਦਿੰਦੇ ਆ ਕਿ ਅਸੀਂ ਇਹਨਾਂ ਨੂੰ ਵੋਟ ਕਿਉਂ ਪਾਉਣੀ ਹੈ ਕਿਉਂਕਿ ਜੀ ਇਹ ਆਪਣੇ ਬੰਦੇ ਆ। ਸਾਡੇ ਆਮ ਹੀ ਇਹ ਚੀਜ਼ ਹੁੰਦੀ ਆ ਕਿ ਅਸੀਂ ਆਪਣੇ ਬੰਦੇ ਨੂੰ ਪ੍ਰਾਇੋਰਟੀ ਦਿੰਦੇ ਆ। ਸਾਨੂੰ ਇਹ ਹੁੰਦਾ ਕਿ ਸਾਡੀ ਕਮਿਊਨਿਟੀ ਦਾ ਬੰਦਾ, ਇਹਨੂੰ ਅਸੀਂ ਭੇਜੀਏ ਪਾਰਲੀਮੈਂਟ ਦੇ ਵਿੱਚ, ਉੱਥੇ ਸਾਡੀ ਆਵਾਜ਼ ਚੱਕੂ, ਉੱਥੇ ਸਾਡੀ ਗੱਲਬਾਤ ਹੋਊਗੀ, ਐਟ ਲੀਸਟ ਸਾਡੀਆਂ ਜੋ ਪ੍ਰੋਬਲਮਾਂ ਉਹਨਾਂ ਨੂੰ ਉਹ ਸੋਲਵ ਕੀਤਾ ਜਾਵੇ। ਤੇ ਪਰ ਇਹਦੇ ਨਾਲ ਜਿੱਦਾਂ ਹੁਣ ਆਮ ਕਈ ਵਾਰ ਇਹ ਵੀ ਸੁਣਨ ਨੂੰ ਮਿਲਦਾ ਕਿ ਆਪਣੇ ਬੰਦੇ ਸਗੋਂ ਇਹ ਚੀਜ਼ਾਂ ਨਹੀਂ ਕਰਦੇ। ਕੀ ਉਹ ਕੀ ਕਮੀਆਂ ਕਿਉਂ ਨਹੀਂ ਕਰਦੇ? ਕਿੰਨਾ ਮਾਣ ਹੋਣਾ ਚਾਹੀਦਾ ਸਗੋਂ ਸਾਡੇ ਜੇ ਕਿਉਂਕਿ ਸਾਡਾ ਭਾਈਚਾਰਾ ਇੱਥੇ ਤਾਂ ਹੀ ਉਹਨਾਂ ਨੂੰ ਇਹ ਓਪਰਚੁਨਿਟੀ ਮਿਲੀ ਹੈ ਨਾ, ਤੇ ਤਾਂ ਹੀ ਉਹ MPPs ਬਣਦੇ ਆ ਜਾਂ ਮੇਅਰ ਬਣਦੇ ਆ। ਤੇ ਕੀ ਉਹ ਸਾਡੀਆਂ ਕਿਉਂ ਇਹ ਚੀਜ਼ਾਂ ਕਿੱਥੇ ਕਮੀਆਂ ਰਹਿੰਦੀਆਂ? ਕੀ ਅਸੀਂ ਕੁਐਸਚਨ ਨਹੀਂ ਕਰਦੇ? ਕੀ ਅਸੀਂ ਉਹਨਾਂ ਦੇ ਜਿਹੜੇ ਸਾਡੇ ਰਾਈਟ ਹੁੰਦੇ ਆ ਉਹਦੀ ਅਸੀਂ ਗੱਲਬਾਤ ਨਹੀਂ ਕਰਦੇ? ਤੁਹਾਨੂੰ ਕੀ ਲੱਗਦਾ? ਭਾਈ ਸਾਹਿਬ ਦੇਖੋ, ਜਦੋਂ ਅਖਬਾਰਾਂ 'ਚ ਨਾਮ ਆਉਂਦਾ ਨਾ ਕਿ ਇਹ ਫਲਾਣਾ ਸਰਦਾਰ ਬੰਦਾ ਜਾਂ ਫਲਾਣਾ ਇਹ ਆਪਣਾ ਪੰਜਾਬੀ ਬੰਦਾ ਇੱਕ MPP ਜਿੱਤ ਗਿਆ ਜਾਂ ਉਹਦੀ ਕੋਈ ਬਹੁਤ ਵੱਡੀ ਪੋਸਟ ਤੇ ਚਲਾ ਗਿਆ, ਸਾਰਿਆਂ ਨੂੰ ਖੁਸ਼ੀ ਹੁੰਦੀ ਹੈ, ਅਸੀਂ ਵੱਧ ਚੜ ਕੇ ਫੇਸਬੁੱਕ ਤੇ ਸ਼ੇਅਰ ਕਰਦੇ ਹਾਂ। ਇੱਥੇ ਤੱਕ ਤਾਂ ਬਿਲਕੁਲ ਸਹੀ ਹੈ। ਲੇਕਿਨ ਜਦੋਂ ਗੱਲ ਆਉਂਦੀ ਹੈ ਸਾਡੇ ਹੱਕਾਂ ਦੀ, ਹੁਣ ਆਪਾਂ ਛੋਟੀ ਜਿਹੀ ਗੱਲ ਲਈਏ, ਬਰੈਂਪਟਨ ਹਸਪੀਟਲ ਜਿਹੜਾ ਹੈ ਉਹ ਸਾਰੇ ਜਣੇ ਜਾਣਦੇ, ਆਪਾਂ ਨੂੰ ਇਹਦੇ ਬਾਰੇ ਦੱਸਣ ਦੀ ਵੀ ਨਹੀਂ ਲੋੜ ਕਿ ਉਹ ਇੱਕ ਬਰੈਂਪਟਨ ਹਸਪੀਟਲ 'ਚ ਕੀ ਪ੍ਰੋਬਲਮ ਹੈ। ਮੈਨੂੰ ਤਾਂ ਲੱਗਦਾ ਸਾਰੇ ਲੋਕਾਂ ਨੂੰ ਜਿਹੜੇ ਵੀ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਇਹ ਚੀਜ਼ ਪਤਾ ਹੈ। ਜਦੋਂ ਇੱਥੇ ਗੱਲ ਆਉਂਦੀ ਆ ਆਪਾਂ ਕੰਪੇਅਰ ਕਰੀਏ, ਅਸੀਂ CBC ਦਾ ਇੱਕ ਆਰਟੀਕਲ ਛਪਿਆ ਸੀਗਾ, ਹੁਣੇ ਦੀ ਗੱਲ ਹੈ 2021 ਦੀ। ਸੋ ਗਲਫ ਦਾ ਉਹਨਾਂ ਨੇ ਕੰਪੈਰੀਜ਼ਨ ਕੀਤਾ, ਵਾਟਰਲੂ ਰੀਜਨ ਦਾ ਉਹਨਾਂ ਨੇ ਕੰਪੈਰੀਜ਼ਨ ਕੀਤਾ। ਵਾਟਰਲੂ ਰੀਜਨ ਦੇ ਕੰਪੈਰੀਜ਼ਨ ਦੇ ਵਿੱਚ ਜਿਹੜਾ 3 ਹਸਪੀਟਲ ਉਹਨਾਂ ਨੇ, ਗ੍ਰੈਂਡ ਰਿਵਰ, ਕੈਂਬਰਿਜ ਮੈਮੋਰੀਅਲ ਤੇ ਸੇਂਟ ਮੈਰੀਜ਼ ਜਨਰਲ ਹਸਪੀਟਲ, ਇਹਨਾਂ ਤਿੰਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ICU ਬੈੱਡ ਦੀ ਕੈਪੈਸਿਟੀ ਉਹ ਕਿੱਥੇ ਤੱਕ ਪਹੁੰਚੀ ਹੈ। ਸੋ ਜੇ ਗ੍ਰੈਂਡ ਰਿਵਰ ਦੀ ਗੱਲ ਕਰੀਏ 90% ਸੀ, ਕੈਂਬਰਿਜ ਦੀ ਗੱਲ ਕਰੀਏ 86%, ਸੇਂਟ ਮੈਰੀਜ਼ ਦੀ ਗੱਲ ਕਰੀਏ 81%। ਇਹਨਾਂ ਨੂੰ ਬੜਾ ਵੱਡਾ ਮੁੱਦਾ ਬਣਨਾ ਵੀ ਚਾਹੀਦਾ ਕਿਉਂਕਿ ਇਹ ਫਿਗਰ ਥੋੜੇ ਅਲਾਰਮਿੰਗ ਹੈ। ਸੋ ਇਹ ਮੁੱਦਾ ਜ਼ਰੂਰ ਬਣਨਾ ਚਾਹੀਦਾ। ਲੇਕਿਨ ਇਹਦੇ ਨਾਲ ਕਿਤੇ ਨਾ ਕਿਤੇ ਬਰੈਂਪਟਨ ਜਿਹੜਾ ਸੀਗਾ ਉਹ ਮਿਸਿੰਗ ਸੀਗਾ, ਕੰਪਲੀਟਲੀ ਮਿਸਿੰਗ ਸੀਗਾ। ਉਹਦੇ ਬਾਰੇ ਗੱਲ ਨਹੀਂ ਕੀਤੀ ਗਈ, ਜਦ ਕਿ ਬਰੈਂਪਟਨ ਦੀ ਜਿਹੜੀ ਕੈਪੈਸਿਟੀ ਹੈ ਉਹ 130% ਕਿਤੇ ਨਾ ਕਿਤੇ ਜਿਹੜੀ ਹੈ ਉਹ ਦੱਸੀ ਜਾਂਦੀ ਹੈ। ਇੱਥੋਂ ਦੀ 130 ਆ ਤੇ ਗੋਲਫ ਦੀ ਤੁਸੀਂ ਜਿੱਦਾਂ ਅੰਕੜੇ ਦੱਸਿਆ ਕਿ 90 ਤੇ 75% ਆ। ਉਹਨਾਂ ਦੇ ਆਰਟੀਕਲ ਵੀ ਛਪ ਗਏ ਆ ਤੇ ਸਾਡੀ ਉੱਥੇ ਕਿਤੇ ਗੱਲ ਵੀ ਨਹੀਂ ਨੇੜੇ ਤੇੜੇ ਹੋਈ, ਕਿਤੇ ਉਹ ਮੁੱਦਾ ਕੋਈ ਚੱਕਿਆ ਹੀ ਨਹੀਂ ਗਿਆ। ਤੁਹਾਨੂੰ ਕੀ ਲੱਗਦਾ ਕਿਹਨਾਂ ਦੀ ਕਮੀ ਆ? ਕੀ ਸਾਡੇ ਇਹ ਸਾਡੀ ਆਪਣੀ ਕਮੀ ਆ ਜਾਂ ਸਾਡੇ ਜਿਹੜੇ ਅਸੀਂ ਚੁਣ ਕੇ ਭੇਜੇ ਹੋਏ ਆ ਨੁਮਾਇੰਦੇ ਉਹਨਾਂ ਨੇ ਕਿਤੇ ਨਾ ਕਿਤੇ ਇੱਧਰ ਧਿਆਨ ਹੀ ਨਹੀਂ ਦਿੰਦੇ? ਦੇਖੋ ਜੀ, ਮੈਂ ਇਹ ਕਹਿਣ ਦੇ ਵਿੱਚ ਬਿਲਕੁਲ ਵੀ ਗੁਰੇਜ਼ ਨਹੀਂ ਕਰੂੰਗਾ ਕਿ ਇਹ ਆਪਣੇ ਬੰਦਿਆਂ ਦੀ ਹੀ ਕਮੀ ਹੈ। ਜਦੋਂ ਹੁਣ ਇਹ ਹਸਪੀਟਲ ਆਪਾਂ ਦੇਖਦੇ ਹਾਂ, 3 ਹਸਪੀਟਲ ਹੈ, ਇਹਨਾਂ ਦੀ ਜੇ ਅਸੀਂ ਪਾਪੂਲੇਸ਼ਨ ਦੇਖੀਏ ਨਾ ਜੀ, ਗਲਫ ਦੀ ਪਾਪੂਲੇਸ਼ਨ 2017 ਦੇ ਅਕੋਰਡਿੰਗਲੀ 1,35,000 ਕੁਛ ਹੈ, 1,50,000 ਹੋਏਗੀ ਜੇ ਆਪਾਂ ਹੁਣ ਦੇ ਹਿਸਾਬ ਨਾਲ ਲਾ ਲਈਏ। ਬਰੈਂਪਟਨ ਦੀ ਹੈਗੀ ਹੈ ਜੀ 6 ਲੱਖ, ਤੋਂ 6 ਲੱਖ ਤੋਂ ਵੱਧ ਹੀ ਹੋਏਗੀ, ਮੈਂ ਤੁਹਾਨੂੰ ਪੁਰਾਣਾ ਡਾਟਾ ਦੱਸ ਰਿਹਾ। ਸੋ ਜੇ ਆਪਾਂ ਇਹ ਪੂਰੇ ਰੀਜਨ ਦੀ ਲੈ ਲਈਏ ਤਾਂ ਇਹਨਾਂ ਦੀ 6 ਲੱਖ 6.5 ਲੱਖ ਹੈ ਜਿਹੜਾ ਵਾਟਰਲੂ ਰੀਜਨ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਇਹਦੇ ਤੇ ਹਸਪੀਟਲ ਪਹਿਲੀ ਗੱਲ 3 ਹੈ, ਤੁਸੀਂ ਦੇਖਿਆ। ਸੋ ਆਪਣੇ ਬਰੈਂਪਟਨ 'ਚ ਕਿੰਨੇ ਹਸਪੀਟਲ ਹੈ ਜੀ? ਇੱਕੋ ਹਸਪੀਟਲ। ਸੋ ਇੱਕ ਹਸਪੀਟਲ ਜਦੋਂ ਅਸੀਂ ਗੱਲ ਆਉਂਦੀ ਹੈ ਕਿ ਹਸਪੀਟਲ ਬਣਨਾ ਚਾਹੀਦਾ ਹੈ ਦੁਬਾਰਾ ਕਿ ਨਹੀਂ, ਸੋ ਆਪਣੇ ਹੀ ਭਾਈ ਸਾਹਿਬ ਜਿਹੜੇ ਪ੍ਰਾਪਮੀਤ ਸਰਕਾਰੀ ਹੈ ਉਹਨਾਂ ਨੇ ਉਹਦੇ ਅਗੇਂਸਟ ਵੋਟ ਕੀਤੀ ਹੈ। ਸੋ ਆਪਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ। ਹੋ ਸਕਦਾ ਤੁਸੀਂ ਸਹੀ ਹੋ ਸਕਦਾ ਤੁਹਾਨੂੰ ਇਹ ਕੁਝ ਜ਼ਿਆਦਾ ਪਤਾ ਹੋਵੇ ਜਿਹੜਾ ਸਾਨੂੰ ਨਹੀਂ ਪਤਾ, ਪਰ ਸਾਨੂੰ ਜੇ ਅਸੀਂ ਪੁੱਛਾਂਗੇ ਤਾਂ ਸਾਨੂੰ ਜਵਾਬ ਮਿਲੇਗਾ। ਗਲਤੀ ਸਾਡੀ, ਅਸੀਂ ਪੁੱਛਦੇ ਨਹੀਂ ਹਾਂ। ਹੁਣ ਦੂਜੀ ਗੱਲ ਇਹਦੇ ਵਿੱਚ ਕਿ ਜੇ ਫਰਜ਼ ਕਰੋ ਹਸਪੀਟਲ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਕਹਿੰਦੇ ਆ ਜੀ ਬਰੈਂਪਟਨ ਦਾ ਬਜਟ ਇੰਨਾ, ਬਰੈਂਪਟਨ ਦੇ ਵਿੱਚ ਇਲੀਗਲ ਬੇਸਮੈਂਟ ਹੈ, ਇੱਥੇ ਇੰਨੇ ਸਟੂਡੈਂਟ ਰਹਿੰਦੇ, ਇੱਥੇ ਇੰਨਾ।
ਜਦ ਕਿ ਜਿਹੜਾ ਹਸਪੀਟਲ ਦੀ ਫੰਡਿੰਗ ਹੁੰਦੀ ਹੈ ਉਹ ਪ੍ਰੋਵਿੰਸ਼ੀਅਲ ਤੇ ਫੈਡਰਲ ਹੁੰਦੀ ਹੈ ਜੀ ਭਾਈ ਸਾਹਿਬ, ਜੇ ਮੈਂ ਗਲਤ ਨਾ ਹੋਵਾਂ ਤਾਂ ਇਦਾਂ ਹੀ ਹੈ ਨਾ। ਸੋ ਜਿਹੜੀ ਪ੍ਰੋਵਿੰਸ਼ੀਅਲ ਤੇ ਫੈਡਰਲ ਫੰਡਿੰਗ ਹੁੰਦੀ ਹੈ ਜੀ, ਇਹਦੀ ਕੋਈ ਫੰਡਿੰਗ ਜਿਹੜੀ ਬਰੈਂਪਟਨ ਕੋਈ ਸਿਟੀ ਨੇ ਨਹੀਂ ਦੇਣੀ ਫੰਡਿੰਗ। ਸੋ ਇਹ ਆਪਣੀ ਥਿੰਕਿੰਗ ਹੀ ਗਲਤ ਹੈ ਜੀ। ਇਹ ਬਿਲਕੁਲ ਇਹ ਸਾਡੇ ਪ੍ਰਚਾਰ ਇਹੀ ਜਾ ਰਿਹਾ। ਸੁਖਪ੍ਰੀਤ ਜੀ, ਜਿੱਦਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਆਪਣੇ ਸਿਟੀ ਦੇ ਇਹ ਜਿਹੜੇ ਮੁੱਦੇ ਆ, ਹਸਪੀਟਲ ਦੀ ਗੱਲਬਾਤ ਕਰ ਲਈਏ ਜਾਂ ਅਸੀਂ ਪਿੱਛੇ ਜੇ ਵੀਡੀਓ ਵਾਇਰਲ ਹੁੰਦੀਆਂ ਦੇਖੀਆਂ ਕਿ ਡਰਾਈਵੇ ਬਹੁਤ ਛੋਟੇ ਆ, ਠੀਕ ਆ, ਜਗ੍ਹਾ ਨਹੀਂ ਬਚਦੀ, ਇਹ ਕਿੱਥੇ ਕਮੀਆਂ, ਇਹ ਕਿਉਂ ਇਹ ਚੀਜ਼ਾਂ ਹੋ ਰਹੀਆਂ? ਇਹ ਸਾਡੀਆਂ ਕਮੀਆਂ ਹੈਗੀਆਂ ਕਿ ਅਸੀਂ ਆਵਾਜ਼ ਨਹੀਂ ਉਠਾਉਂਦੇ ਜੀ, ਤੇ ਅਸੀਂ ਕਹਿੰਦੇ ਕਿ ਰੇਸਿਸ ਗੱਲ ਹੈਗੀ ਕਿ ਜਿਹੜੇ ਗੋਰੇ ਦੇ ਇਲਾਕਿਆਂ 'ਚ ਅਸੀਂ ਉੱਥੇ ਕੰਮ ਕੀਤਾ ਜਾਂਦਾ ਹੈ ਤੇ ਸਾਡਾ ਨਹੀਂ ਕੀਤਾ ਜਾਂਦਾ। ਉਹਦਾ ਇਹੀ ਕਾਰਨ ਆ ਕਿ ਅਸੀਂ ਆਵਾਜ਼ ਨਹੀਂ ਉਠਾਉਂਦੇ। ਇਹਦਾ ਮਤਲਬ ਤਾਂ ਸਾਡੇ 'ਚ ਹੀ ਕਮੀਆਂ, ਅਸੀਂ ਉਹ ਚੀਜ਼ਾਂ ਅਸੀਂ ਅਵੇਅਰ ਨਹੀਂ ਗੇ, ਰਾਈਟ? ਉਹ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਕਿ ਇਹ ਅਸੀਂ ਕੁਐਸਚਨ ਕਿਹਨੂੰ ਕਰਨੇ ਆ, ਜਾਂ ਅਸੀਂ ਕੰਮਾਂ ਦੇ ਵਿੱਚ ਹੀ ਬਿਜ਼ੀ ਆ ਕਿ ਉਧਰ ਤੇ। ਹਾਂਜੀ, ਜ਼ਿਆਦਾਤਰ ਅਸੀਂ ਕੰਮਾਂ 'ਚ ਵਿੱਚ ਜ਼ਿਆਦਾ ਬਿਜ਼ੀ ਰਹਿੰਦੇ ਹਾਂ ਤੇ ਇਸ ਚੀਜ਼ ਅਸੀਂ ਘੱਟ ਨਿਗਾਹ ਦਿੰਦੇ ਹਾਂ ਜੀ। ਕਹਿੰਦੇ ਇਹ ਬਾਰੇ ਅਸੀਂ ਘੱਟ ਸੋਚਦੇ ਹਾਂ, ਪਰ ਹੁਣ ਤੁਸੀਂ ਵੀ ਦੇਖ ਲਓ ਹੁਣ ਕੰਮ ਵੱਧ ਗਿਆ ਜੀ। ਹੁਣ ਅਸੀਂ ਫੇਰ ਵੀ ਆਵਾਜ਼ ਉਠਾਉਂਦੇ, ਅਸੀਂ ਕੀ ਕਰਦੇ ਹਾਂ, ਅਸੀਂ ਬਾਹਰ ਜਾ ਕੇ ਮੂਵ ਹੋ ਜਾਂਦੇ ਹਾਂ। ਹੁਣ ਗਲਫ 'ਚ ਹੋਣ, ਨਾਰਥ ਹੋਣ, ਅਸੀਂ ਕਹਿੰਦੇ ਆ ਇੱਥੇ ਗੰਦ ਪੈ ਗਿਆ ਜੀ। ਹੁਣ ਗੰਦ ਪੰਜਾਬ 'ਚ ਵੀ ਪਿਆ ਸੀ, ਉੱਥੇ ਛੱਡ ਕੇ ਇੱਥੇ ਆਏ ਜੀ। ਹੁਣ ਬ੍ਰੈਂਪਟਨ 'ਚ ਗੰਦ ਪੈ ਕੇ ਹੁਣ ਇੱਥੇ ਤੇ ਛੱਡੀ, ਅਸੀਂ ਕਹਿਣਾ ਭਾਵ ਕਿ ਅਸੀਂ ਕਿੰਨੀ ਵਾਰੀ ਭੱਜ ਗਏ ਜੀ। ਅਸੀਂ ਸਾਨੂੰ ਕੀ ਕਰਨਾ, ਆਵਾਜ਼ ਉਠਾਉਣੀ ਚਾਹੀਦੀ ਹੈ। ਸਾਨੂੰ ਇੱਥੇ ਕੈਨੇਡਾ 'ਚ ਸਾਡੇ ਚਾਰਟਰ ਰਾਈਟਸ ਹੈਗੇ, ਅਸੀਂ ਆਵਾਜ਼ ਉਠਾ ਸਕਦੇ ਹਾਂ ਜੀ। ਤੇ ਹੁਣ ਜੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਤੇ ਇਹਨਾਂ ਨੇ ਇਹੀ ਕੰਮ ਕਰਨਾ ਹੈ ਜੀ। ਉਹਨਾਂ ਨੂੰ ਕੀ ਪ੍ਰੋਬਲਮ, ਉਹਨਾਂ ਨੂੰ ਪੈਸੇ ਮਿਲਦੇ ਆ, ਜੇ ਉਹਨਾਂ ਨੂੰ ਸਮਝ ਕੇ ਸਿਰਦਾਰੀ, ਉਹਨਾਂ ਦਾ ਕੀ ਕਾਰਨ ਹੈ, ਉਹ ਸਿਰਦਾਰੀ ਲਾਉਂਗੇ ਜੀ। ਜੇ ਉਹਦੇ ਉਦੋਂ ਕੰਮ ਹੋ ਜਾਂਦਾ ਜੀ। ਜਿੱਦਾਂ ਸਿਮਰਨਜੀਤ ਨੇ ਦੱਸਿਆ ਕਿ ਤੁਸੀਂ ਵੀ ਇਹਦੇ ਵਿੱਚ ਕੀ ਐਡਅਪ ਕਰਨਾ ਚਾਹੁੰਦੇ ਹੋ ਕਿ ਇਹ ਜਿਹੜੀਆਂ ਸਮੱਸਿਆਵਾਂ, ਇਹ ਜਿੱਦਾਂ ਉਹਨਾਂ ਨੇ ਗੱਲਬਾਤ ਕੀਤੀ ਕਿ ਅਸੀਂ ਪੰਜਾਬ ਕਿਉਂ ਛੱਡ ਕੇ ਆਏ ਸੀ, ਇੱਕ ਚੰਗੇ ਭਵਿੱਖ ਲਈ, ਬੱਚਿਆਂ ਦੇ ਚੰਗੇ ਫਿਊਚਰ ਲਈ, ਤੇ ਸਾਨੂੰ ਲੱਗਦਾ ਸੀਗਾ ਕਿ ਇਹ ਬਹੁਤ ਵਧੀਆ ਕੰਟਰੀ ਆ, ਇੱਥੇ ਸਾਰਿਆਂ ਨੂੰ ਜਿਹੜੇ ਬਰਾਬਰ ਦੇ ਹੱਕ ਆ। ਅਸੀਂ ਆਮ ਇਹ ਗੱਲਾਂ ਬਾਤਾਂ ਸੁਣਦੇ ਸੀਗੇ ਤੇ ਪਰ ਇੱਥੇ ਹੁਣ ਜਦੋਂ ਆ ਕੇ ਜਿੱਦਾਂ ਦੀਆਂ ਸਾਰੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਤੇ ਇੱਥੇ ਸਾਨੂੰ ਲੱਗਦਾ ਕਿਤੇ ਨਾ ਕਿਤੇ ਤੇ ਅਸੀਂ ਬਹੁਤ ਪਛੜਦੇ ਜਾ ਰਹੇ ਹਾਂ। ਦੇਖੋ ਜੀ, ਪਛੜਦੇ ਜ਼ਰੂਰ ਜਾ ਰਹੇ ਹਾਂ ਜੀ। ਸੋ ਆਪਾਂ ਆਪਣੀ ਅਗਲੀ ਆਉਣ ਵਾਲੀ ਜਨਰੇਸ਼ਨ ਬਾਰੇ ਸੋਚੀਏ। ਕਈ ਵਾਰ ਲੋਕ ਕਰਦੇ ਨੇ ਕਿ 15 ਸਾਲ ਪਹਿਲਾਂ ਇਦਾਂ ਹੁੰਦਾ ਸੀਗਾ ਜੀ। ਅਸੀਂ 15 ਸਾਲ ਪਹਿਲਾਂ ਦੀ ਗੱਲ ਤਾਂ ਕਰ ਲੈਂਦੇ ਹਾਂ, ਲੇਕਿਨ ਆਉਣ ਵਾਲੇ 15 ਸਾਲ ਬਾਅਦ ਕੀ ਹੋਊਗਾ ਸਾਨੂੰ ਉਹ ਜ਼ਿਆਦਾ ਜ਼ਰੂਰੀ ਸੋਚਣਾ ਚਾਹੀਦਾ ਹੈ, ਕਿਉਂਕਿ ਉਹ ਸਾਡੇ ਬੱਚਿਆਂ ਦਾ ਭਵਿੱਖ ਹੈ। ਹੁਣ ਭਾਈ ਸਾਹਿਬ ਨੇ ਜਿੱਦਾਂ ਗੱਲ ਕੀਤੀ ਨਾ ਕਿ ਜਿਹੜੇ ਸਾਡੀ ਫਰੀडम ਹੈਗੀ ਹੈ, ਸਾਡੇ ਰਾਈਟਸ ਹੈਗੇ ਆ, ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਹੁਣ ਆਵਾਜ਼ ਜਿਹੜੀ ਹੈ ਨਾ, ਉਹ ਉਠਾਉਣ ਦੇ ਬੜੇ ਤਰੀਕੇ ਹੁੰਦੇ ਆ। ਅਸੀਂ ਤੁਹਾਡੇ ਕੋਲ ਆਏ ਹਾਂ, ਜਾਂ ਅਸੀਂ ਕੋਈ ਪ੍ਰੋਟੈਸਟ ਦੇ ਰੂਪ 'ਚ ਆਵਾਜ਼ ਚੱਕੀਏ, ਜਾਂ ਅਸੀਂ ਹੋਰ ਜੇ ਸਾਡੀ ਗੱਲ ਸਿੱਧੇ ਤੌਰ ਨਾਲ ਨਹੀਂ ਸੁਣੀ ਜਾਂਦੀ, ਸਿੱਧਾ ਤਰੀਕਾ ਹੁੰਦਾ ਈਮੇਲਸ ਪਾਉਣੀ, ਉਹਨਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰਨੀ, ਜਾਂ ਸਿਟੀ ਨੂੰ ਫੋਨ ਕਰਕੇ ਆਪਣੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰਨੀ। ਜੇ ਉਹ ਨਹੀਂ ਹੁੰਦਾ ਸੋ ਦੂਸਰਾ ਤਰੀਕਾ ਜਿਹੜਾ ਕਿ ਸਾਡੇ ਰਾਈਟਸ 'ਚ ਹੈ, ਇਹ ਸਾਡਾ ਹੱਕ ਹੈ, ਰਾਈਟ ਟੂ ਪੀਸਫੁਲ ਅਸੈਂਬਲੀ, ਅਸੀਂ ਪ੍ਰੋਟੈਸਟ ਕਰ ਸਕਦੇ ਹਾਂ। ਹੁਣ ਪ੍ਰੋਟੈਸਟ ਕਰਨ ਤੇ ਵੀ ਜਿਹੜੀ ਹੈ ਪਾਬੰਦੀ ਹੈ ਬਹੁਤ ਤਰ੍ਹਾਂ ਦੇ, ਮਤਲਬ ਕਿ ਤੁਸੀਂ ਪਿੱਛੇ ਦੇਖਿਆ ਕਿ ਪ੍ਰੋਟੈਸਟ ਜੇ ਕਰਦੇ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਉਹਦਾ ਖਮਿਆਜਾ ਜਿਹੜਾ ਭੁਗਤਣਾ ਪੈ ਸਕਦਾ। ਸੋ ਇੱਕ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ, ਮੀਡੀਆ ਦੇ ਆਪਾਂ ਗੱਲ ਕਰ ਰਹੇ ਹਾਂ। ਹੁਣ ਇੱਕ ਜਨਵਰੀ 2022 ਦੇ ਵਿੱਚ, ਐਸੇ ਸਾਲ ਹੀ ਜਨਵਰੀ ਦੇ ਵਿੱਚ ਇੱਕ C10 ਬਿੱਲ ਜਿਹੜਾ ਉਹਨਾਂ ਨੇ ਪਾਸ ਕੀਤਾ ਸੀਗਾ, ਉਹ ਪਾਸ ਹੋ ਚੁੱਕਾ ਹੈ। ਇਹ ਕੀ ਹੈ C10 ਜਿਹੜਾ ਬਿੱਲ? ਭਾਈ ਸਾਹਿਬ ਦੇਖੋ, ਇਹਦੇ 'ਚ ਇੱਕ C10 ਤੇ ਇੱਕ ਜਿਹੜਾ ਅੱਜ ਬਿੱਲ ਪਾਸ ਨਹੀਂ ਹੋਇਆ, ਟੇਬਲ ਹੋਇਆ ਅੱਜ ਮਾਰਚ 30 ਹੈ, ਸੋ 2 ਵਜੇ ਅੱਜ ਹੋਣਾ ਸੀਗਾ, ਹੋ ਗਿਆ ਹੁਣ, ਮੈਂ ਚੈੱਕ ਨਹੀਂ ਕੀਤਾ। ਸੋ ਉਹਦਾ ਨਾਮ ਹੈ C11। ਸੋ ਜਿਹੜਾ ਇਹ C10 ਤੇ C11 ਹੈ, ਇਹ ਡਾਇਰੈਕਟ ਇਹਨਾਂ ਦਾ ਕੋਰਿਲੇਸ਼ਨ ਮੀਡੀਆ ਨਾਲ ਹੈ। ਸੋ ਮੀਡੀਆ ਦੇ ਉੱਤੇ ਉਹ ਇੱਕ ਸ਼ਿਕੰਜਾ ਇਦਾਂ ਕੱਸਣਾ ਚਾਹੁੰਦੇ ਆ। ਹੁਣ ਦੋ ਤਰ੍ਹਾਂ ਦਾ ਮੀਡੀਆ ਹੈ, ਇੱਕ ਤਾਂ ਹੈਗਾ ਜਿਹੜਾ ਲਾਇਸੈਂਸਡ ਮੀਡੀਆ ਜਿਹਨੂੰ ਆਪਾਂ ਕਹਿ ਸਕਦੇ ਹਾਂ, ਦੂਸਰਾ ਹੈਗਾ ਜਿਹੜਾ ਕਿ ਅਨਲਾਇਸੈਂਸਡ ਜਿਹਨੂੰ ਆਪਾਂ ਕਹਿ ਲਈਏ। ਉਹਦੇ 'ਚ ਫਿਰ ਅੱਗੇ ਦੋ ਚੀਜ਼ਾਂ ਆ ਜਾਂਦੀਆਂ, ਇੱਕ ਸੋਸ਼ਲ ਮੀਡੀਆ ਆ ਜਾਂਦਾ, ਇੱਕ ਜਿਹੜੇ ਚੈਨਲ ਆ ਜਾਂਦੇ ਆ, ਰੇਡੀਓ ਚੈਨਲਸ ਆ ਜਾਂਦੇ ਜਿਹੜੇ ਆਪਣੇ ਤੌਰ ਤੇ ਚੱਲਦੇ ਪਏ ਆ, ਤੇ ਉਹ ਲੋਕਾਂ ਦੀ ਗੱਲ ਰੱਖਣਾ ਚਾਹੁੰਦੇ ਆ। ਹੁਣ ਇਹ ਉਹਨਾਂ ਤੇ ਸ਼ਿਕੰਜਾ ਹੈ ਜਿਹੜਾ ਸੀ ਪਹਿਲਾਂ ਜਨਵਰੀ ਦੇ ਵਿੱਚ ਪਾਸ ਹੋਇਆ। ਉਹਦੇ ਤੇ ਫੇਸਬੁੱਕ ਤੇ YouTube ਤੇ ਤੁਸੀਂ ਕੀ ਪਾ ਸਕਦੇ ਹੋ, ਕੀ ਨਹੀਂ ਪਾ ਸਕਦੇ, ਉਹ ਚੀਜ਼ ਤੇ ਪਾਬੰਦੀ ਜਿਹੜੀ ਹੈ ਉਹ ਲਗਾਉਣ ਵਾਸਤੇ ਉਹ ਪਾਸ ਹੋਇਆ ਸੀਗਾ। C11 ਦੇ ਵਿੱਚ ਜਿਹੜਾ ਹੈ ਉਹ ਹੁਣ ਇੰਡੀਪੈਂਡੈਂਟ ਮੀਡੀਆ ਜਿਹਨੂੰ ਉਹ ਕਹਿ ਰਹੇ ਆ। ਇੰਡੀਪੈਂਡੈਂਟ ਮੀਡੀਆ ਦੇ ਵਿੱਚ ਫਿਰ ਉਹੀ ਚੀਜ਼ਾਂ ਆ ਜਾਂਦੀਆਂ ਜਿਵੇਂ ਹੁਣ ਆਪਾਂ ਦੱਸੇ, ਇੰਡੀਪੈਂਡੈਂਟ ਮੀਡੀਆ ਨੂੰ ਉਹ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ। ਹੁਣ ਇਹ ਚੀਜ਼ ਕਿਤੇ ਨਾ ਕਿਤੇ ਮੈਂ ਤਾਂ ਇਹਦਾ ਸਿੱਧਾ ਕੰਪੈਰੀਜ਼ਨ ਜਿਹੜਾ ਇੰਡੀਆ ਦੇ ਨਾਲ ਕਰਕੇ ਦੇਖਦਾ ਵੀ ਇੰਡੀਆ ਦੇ ਵਿੱਚ ਜਦੋਂ ਅਸੀਂ ਉਹਨੂੰ ਗੋਦੀ ਮੀਡੀਆ ਕਹਿ ਦਿੰਦੇ ਆ, ਬਿਲਕੁਲ ਆਮ ਉੱਥੇ ਇਹੀ ਗੱਲਬਾਤ ਕਰਦੇ ਆ ਕਿ ਸਾਡੀ ਜਿਹੜੀ ਆਵਾਜ਼ ਆ ਉੱਥੇ ਤੱਕ ਪਹੁੰਚਦੀ ਨਹੀਂ। ਉਹੀ ਚੀਜ਼ ਦਿਖਾਉਂਦੇ ਆ ਜੋ ਉੱਥੋਂ ਦੀਆਂ ਗੌਰਮੈਂਟਾਂ, ਜੋ ਉੱਥੋਂ ਦੇ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਨੇ ਕਿ ਉਹੀ ਇੱਥੇ ਕੁਛ। ਭਾਈ ਸਾਹਿਬ ਇੱਕ ਦੁੱਖ ਦੀ ਗੱਲ ਜਿਹੜੀ ਹੈ ਨਾ, ਜਿਹੜੇ ਇੱਥੇ ਦੇ ਲੋਕ ਹੈ, ਮੈਂ ਆਪ ਸਭ ਜੀ ਸਾਹਮਣੇ, ਸੰਗਤਾਂ ਸਾਹਮਣੇ ਹੱਥ ਜੋੜ ਕੇ ਹੀ ਬੇਨਤੀ ਕਰਨਾ ਚਾਹੂੰਗਾ ਕਿ ਆਪਾਂ ਇੱਥੇ ਬੈਠ ਕੇ
ਇੰਡੀਆ ਦੇ ਬਾਰੇ ਤਾਂ ਆਵਾਜ਼ ਚੱਕ ਸਕਦੇ ਹਾਂ। ਉੱਥੇ ਕਿਸਾਨ ਮੋਰਚਾ ਹੋਇਆ ਸੀ, ਸਾਰਿਆਂ ਨੇ ਆਵਾਜ਼ ਬੁਲੰਦ ਕੀਤੀ ਹੈ ਜੀ। ਖੈਰ ਆਪਾਂ ਕਿਧਰੇ ਫੇਸਬੁੱਕ ਤੇ ਜਾਂ YouTube ਤੇ ਜਾਂ ਟਵਿੱਟਰ ਤੇ ਆਵਾਜ਼ ਬੁਲੰਦ ਕਰਨ ਜੋਗੇ ਤਾਂ ਨਹੀਂ ਰਹਿ ਗਏ ਕਿਧਰੇ, ਕਿ ਅਸੀਂ ਹੁਣ ਕੈਨੇਡਾ 'ਚ ਰਹਿੰਦੇ ਹਾਂ, ਅਸੀਂ ਇੱਥੇ ਆਪਣੇ ਵਾਸਤੇ ਵੀ ਤਾਂ ਆਵਾਜ਼ ਬੁਲੰਦ ਕਰਨੀ ਹੈ। ਜੇ ਸਾਨੂੰ ਇੱਥੇ ਲੱਗਦਾ ਹੈ ਕਿ ਸਾਡੇ ਨਾਲ ਇੱਥੇ ਧੱਕਾ ਹੋ ਰਿਹਾ ਹੈ, ਸੋ ਅਸੀਂ ਇੱਥੇ ਵੀ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇੰਡੀਆ 'ਚ ਜੇ ਅਸੀਂ ਗੋਦੀ ਮੀਡੀਆ ਕਹਿ ਸਕਦੇ ਹਾਂ, ਸੋ ਇੱਥੇ ਵੀ ਸਾਨੂੰ ਗੋਦੀ ਮੀਡੀਆ ਕਹਿਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਬਿਲਕੁਲ ਜੀ। ਜੇ ਪ੍ਰਭ ਸਿਮਰਨ ਜੀ ਅਸੀਂ ਗੱਲਬਾਤ ਕਰੀਏ ਤਾਂ ਤੁਸੀਂ ਵਧੀਆ ਇਹ ਜਿਹੜਾ ਕੰਮ ਕਰ ਰਹੇ ਆ, ਬਹੁਤ ਸੋਹਣਾ ਕਾਜ ਕਰ ਰਹੇ ਹੋ। ਮੈਂ ਆਲਵੇ ਜੀ ਇਹ ਗੱਲਬਾਤ ਕਰਦਾ ਹੁੰਨਾ ਕਿ ਸਾਡੇ ਨਾ ਇਹੀ ਕਮਿਊਨਿਟੀ ਦੇ ਵਿੱਚ ਬਹੁਤ ਘਾਟ ਰਹੀ ਆ ਕਿ ਅਸੀਂ ਕੋਈ ਇਹੋ ਜਿਹਾ ਪਲੇਟਫਾਰਮ ਤਿਆਰ ਹੀ ਨਹੀਂ ਕਰ ਸਕੇ ਜਿੱਥੇ ਆਮ ਕਿਸੇ ਨੂੰ ਜ਼ਰੂਰਤ ਆ ਤਾਂ ਉਹ ਉੱਥੇ ਅਪਰੋਚ ਕਰਕੇ ਉੱਥੋਂ ਅਵੇਅਰਨੈਸ ਲੈ ਸਕੇ। ਠੀਕ ਆ, ਜਾਂ ਕੋਈ ਇਹੋ ਜੀ ਗੱਲਬਾਤ ਆਉਂਦੀ ਆ ਤਾਂ ਉਹ ਉੱਥੇ ਕੋਈ ਇਹੋ ਜਿਹਾ ਕੰਟੈਕਟ ਨੰਬਰ ਹੋਵੇ, ਕੋਈ ਇਹੋ ਜਿਹਾ ਜਿਹੜਾ ਸਾਂਝਾ ਸਾਡਾ ਕੋਈ ਪਲੇਟਫਾਰਮ ਹੋਵੇ ਜਿੱਥੇ ਉੱਥੇ ਜਾ ਕੇ ਉਹ ਆਪਣੇ ਜੋ ਵੀ ਉਹਨੂੰ ਪ੍ਰੋਬਲਮਾਂ ਕੋਈ ਵੀ ਸਮੱਸਿਆਵਾਂ ਆਉਂਦੀਆਂ ਉਹ ਤੋਂ ਉਹਨਾਂ ਨਾਲ ਸ਼ੇਅਰ ਕਰ ਸਕੇ। ਉਹਦੇ ਬਿਹਾਫ ਤੇ ਉਹ ਉੱਥੋਂ ਦੇ ਮੇਅਰ ਜਾਂ ਕਿਸੇ ਵੀ ਉਹ ਅਦਾਰੇ ਦੇ ਨਾਲ ਅਪਰੋਚ ਕਰਨੀਆਂ ਤਾਂ ਉਹਨੂੰ ਉਹ ਚੀਜ਼ਾਂ ਦੱਸ ਸਕਣ। ਤੁਹਾਨੂੰ ਲੱਗਦਾ ਨਹੀਂਗਾ ਕਿ ਆਮ ਬੰਦੇ ਲਈ ਇਹ ਚੀਜ਼ਾਂ ਜਿਹੜੀਆਂ ਬਹੁਤ ਹਾਰਡ ਹੁੰਦੀਆਂ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਗੱਲ ਕਰਨੀ ਕਿੱਥੇ ਆ। ਤੇ ਜੇ ਹੁਣ ਇਹਦੇ ਨਾਲ ਹੀ ਗੱਲਬਾਤ ਕਰੀਏ, ਅਸੀਂ ਕੋਈ ਨਵਾਂ ਸਾਡਾ ਜਿਹੜੇ ਆਪਣੇ ਉੱਥੋਂ ਪੰਜਾਬ ਤੋਂ ਜਾਂ ਇੰਡੀਆ ਤੋਂ ਕੰਟਰੀ ਤੋਂ ਇੱਥੇ ਆਉਂਦਾ ਤੇ ਉਹਦੀ ਵਧੀਆ ਕਈ ਵਾਰ ਸਟੱਡੀ ਕੀਤੀ ਹੁੰਦੀ ਆ, ਉਹਨੂੰ ਇਹੋ ਜੀ ਅਵੇਅਰਨੈਸ ਉਹ ਲਵੇ ਕਿੱਥੋਂ, ਉਹ ਸਲਾਹ ਮਸ਼ਵਰਾ ਕਿੱਥੋਂ ਕਰੇ ਲੈ ਵੀ ਇਹਦੇ 'ਚ ਮੈਂ ਕਿੱਧਰ ਜਾ ਸਕਦਾ। ਕੀ ਇਹ ਇੱਕ ਬਹੁਤ ਵੱਡੀ ਘਾਟ ਆ? ਕੀ ਲੱਗਦਾ ਬਿਲਕੁਲ। ਦੇਖੋ ਜੀ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ ਹੁਣੇ, ਮੈਨੂੰ ਇਹਦੇ ਤੇ ਇੱਕ ਗੱਲ ਹੋਰ ਜਿਹੜੀ ਯਾਦ ਆਉਂਦੀ ਹੈ, ਉਹ ਇਹ ਹੈ ਵੀ ਜਦੋਂ ਆਪਾਂ ਨੂੰ ਟਿਕਟ ਮਿਲ ਜਾਂਦੀ ਆ, ਆਪਾਂ ਸਿੱਧੀ ਜੀ ਗੱਲ ਕਰੀਏ, ਆਪਾਂ ਕੋਰਟ ਦੇ ਵਿੱਚ ਫਾਈਟ ਕਿੰਨੇ ਲੋਕ ਕਰਦੇ ਆ, ਕਿੰਨੇ ਪਰਸੈਂਟ ਕਰਦੇ ਆ ਤੇ ਕਿੰਨੇ ਲੋਕ ਉਸ ਤੋਂ ਡਰ ਜਾਂਦੇ ਆ। ਇੰਡੀਆ ਦੇ ਵਿੱਚ ਸਾਨੂੰ ਇਹ ਹੁੰਦਾ ਸੀਗਾ, ਸਾਡੀ ਇੱਕ ਮੈਂਟੈਲਿਟੀ ਬਣੀ ਹੋਈ ਹੈ ਕਿ ਪੁਲਿਸ ਨੂੰ ਦੇਖ ਕੇ ਸਾਨੂੰ ਡਰ ਲੱਗਦਾ ਹੁੰਦਾ। ਸੋ ਮੈਨੂੰ ਜਿੱਥੇ ਤੱਕ ਲੱਗਦਾ ਹੈ ਸ਼ਾਇਦ ਜਿਹੜੇ ਸਰੋਤੇ ਉਹ ਜ਼ਿਆਦਾ ਜਾਣਦੇ ਹੋਣਗੇ, ਆਪਣੇ ਆਪ ਨੂੰ ਆਪਾਂ ਇੱਕ ਜਵਾਬ ਦਈਏ ਆਪਣੇ ਮਨਾਂ ਦੇ ਵਿੱਚ ਕਿ ਜਦੋਂ ਸਾਨੂੰ ਪਿੱਛੇ ਪੁਲਿਸ ਦੀਆਂ ਲਾਈਟਾਂ ਲੱਗ ਜਾਂਦੀਆਂ, ਇੱਥੇ ਵੀ ਆਪਾਂ ਨੂੰ ਡਰ ਲੱਗਦਾ ਕਿ ਨਹੀਂ ਲੱਗਦਾ? ਸਾਨੂੰ ਕਿਉਂ ਡਰ ਲੱਗਦਾ ਜੀ? ਅਸੀਂ ਕੁਝ ਇਲੀਗਲ ਕਰ ਰਹੇ ਹਾਂ। ਜੇ ਅਸੀਂ ਸਪੀਡਿੰਗ ਕਰ ਰਹੇ ਹਾਂ, ਗਲਤੀ ਨਾਲ ਸਾਡੇ ਕੋਲ ਸਪੀਡਿੰਗ ਹੋ ਗਈ, ਦੈਟਸ ਓਕੇ, ਉਹਦਾ ਲਾਅ ਹੈ, ਸਾਨੂੰ ਲਾਅ ਦੇ ਦਾਇਰੇ ਦੇ ਵਿੱਚ ਰਹਿਣਾ ਪਏਗਾ। ਸੋ ਉਹਦਾ ਜੇ ਮਤਲਬ ਅਸੀਂ ਸਪੀਡਿੰਗ ਕਰ ਰਹੇ ਹਾਂ, ਠੀਕ ਹੈ, ਸਾਨੂੰ ਟਿਕਟ ਮਿਲ ਗਈ, ਕੋਈ ਗੱਲ ਨਹੀਂ। ਲੇਕਿਨ ਜੇ ਸਾਨੂੰ ਧੱਕੇ ਨਾਲ ਕਈ ਵਾਰੀ ਕੋਈ ਟਿਕਟ ਮਿਲਦੀ ਹੈ ਜਾਂ ਸਾਨੂੰ ਲੱਗਦਾ ਹੈ ਕਿ ਨਹੀਂ, ਇਹ ਹੁਣ ਬੜੇ ਲੋਕਾਂ ਨੂੰ ਇਹ ਲੱਗੇਗਾ ਕਿ ਹਾਂ ਸਾਡੇ ਨਾਲ ਤਾਂ ਹੋਇਆ, ਜਦੋਂ ਕਿ ਮੇਰੇ ਨਾਲ ਆਪ ਹੋਇਆ ਇਹ। ਹੁਣ ਅਸੀਂ ਗੱਲ ਸਭ ਤੋਂ ਪਹਿਲਾਂ ਲੈ ਆਉਂਦੇ ਹਾਂ, ਨਹੀਂ ਜੀ ਇਹ ਤਾਂ ਰੇਸਿਜ਼ਮ ਹੈ ਜੀ, ਆਪਾਂ ਇਦਾਂ ਸੋਚਦੇ ਨਹੀਂ ਜੀ ਇਹ ਤਾਂ ਰੇਸਿਜ਼ਮ ਹੈ ਜੀ। ਮੇਰੇ ਹਿਸਾਬ ਨਾਲ ਰੇਸਿਜ਼ਮ ਨਹੀਂ ਹੈਗਾ, ਇਹ ਹੈਗੀ ਹੈ ਸਾਡੇ ਵਿੱਚ ਅਵੇਅਰਨੈਸ ਦੀ ਕਮੀ। ਬਿਲਕੁਲ, ਇਹ ਹਰ ਇੱਕ ਗੱਲ ਦਾ ਹੱਲ ਰੇਸਿਜ਼ਮ ਨਹੀਂ ਹੁੰਦਾ। ਇਹ ਆਪਾਂ ਇਹਨੂੰ ਇਸ ਤਰੀਕੇ ਨਾਲ ਵੀ ਲਿਆ ਜਾ ਸਕਦਾ ਕਿ ਅਸੀਂ ਕਦਮ ਕਿਉਂ ਨਹੀਂ ਚੁੱਕਦੇ। ਅੱਛਾ, ਜੇ ਸਾਨੂੰ ਲੱਗਦਾ ਹੈ ਕਿ ਰੇਸਿਜ਼ਮ ਹੈ, ਕਿੰਨੇ ਲੋਕ ਹੈ ਜਿਹੜੇ ਰੇਸਿਜ਼ਮ ਖਿਲਾਫ ਵੀ ਆਵਾਜ਼ ਚੁੱਕੀ ਉਹਨਾਂ ਨੇ, ਕਿੰਨੇ ਪ੍ਰੋਟੈਸਟ ਹੈ ਜਿਹੜੇ ਇੱਥੇ ਰੇਸਿਜ਼ਮ ਦੇ ਖਿਲਾਫ ਹੋਏ? ਨਹੀਂ ਹੋਏ ਕੋਈ ਵੀ, ਮੈਂ ਨਹੀਂ ਦੇਖੇ ਹੈ। ਸੋ ਸਾਨੂੰ ਆਵਾਜ਼ ਚੁੱਕਣੀ ਚਾਹੀਦੀ। ਤੁਸੀਂ ਇੱਕ ਜਿਹੜਾ ਕੁਐਸਚਨ ਪੁੱਛਿਆ ਕਿ ਇੱਦਾਂ ਦੀ ਕੋਈ ਆਰਗੇਨਾਈਜੇਸ਼ਨ, ਇੱਦਾਂ ਦੀ ਕੋਈ ਜਥੇਬੰਦੀ ਹੋਵੇ ਜਿਨ੍ਹਾਂ ਨੂੰ ਅਸੀਂ ਅਪਰੋਚ ਕਰੀਏ, ਉਹ ਸਾਡੀ ਗੱਲ ਅੱਗੇ ਸਰਕਾਰ ਤੱਕ ਰੱਖਣ। ਭਾਈ ਸਾਹਿਬ, ਉਹ ਜਿਹੜੀ ਜਥੇਬੰਦੀ ਹੈ ਉਹ ਉਹੀ ਹੈ ਜਿਹੜੇ MPs ਜਿਹੜੇ ਕਾਉਂਸਲਰਸ, ਉਹੀ ਉਹਨਾਂ ਦਾ ਫਰਜ਼ ਬਣਦਾ ਹੈ। ਉਹਨਾਂ ਨੂੰ ਉਸ ਜਥੇਬੰਦੀ ਦਾ ਜਿਹੜਾ ਹੈ ਉਹ ਰਿਸਪੌਂਸਿਬਿਲਿਟੀ ਔਰ ਰੋਲ ਅਦਾ ਕਰਨਾ ਪਏਗਾ, ਕਿਉਂਕਿ ਸਾਡੇ ਵਾਸਤੇ ਜਥੇਬੰਦੀ ਉਹੀ ਹੈ। ਅਸੀਂ ਉਹਨਾਂ ਨੂੰ ਚੁਣ ਕੇ ਭੇਜਿਆ, ਸੋ ਜੇ ਅਸੀਂ ਉਹਨਾਂ ਨੂੰ ਚੁਣ ਕੇ ਭੇਜਿਆ, ਉਹਨਾਂ ਨੂੰ ਸਾਡੀ ਗੱਲ ਰੱਖਣੀ ਚਾਹੀਦੀ ਹੈ ਅੱਗੇ ਸਰਕਾਰ ਤੱਕ। ਜੀ ਸੁਖਪ੍ਰੀਤ ਜੀ, ਤੁਹਾਨੂੰ ਕੀ ਲੱਗਦਾ ਕਿ ਜੇ ਇਹੋ ਜੇ ਕੋਈ ਵੀ ਜਿੱਦਾਂ ਕਿਉਂਕਿ ਤੁਸੀਂ ਬਹੁਤ ਵਧੀਆ ਜਿਹੜਾ ਕਮਿਊਨਿਟੀ ਲਈ ਕਾਰਜ ਕਰ ਰਹੇ ਹੋ ਤੇ ਟਾਈਮ ਕੱਢਦੇ ਹੋ, ਤਾਂ ਬਹੁਤ ਸਾਰੇ ਕਈ ਵਾਰ ਨਾ ਸਾਡੇ ਮੈਂ ਦੇਖਦਾ ਹੁੰਦਾ ਕਿ ਕਈਆਂ ਕੋਲੇ ਟਾਈਮ ਵੀ ਹੁੰਦਾ, ਠੀਕ ਆ, ਉਹ ਈਵਨ ਇੱਥੇ ਉਹਨਾਂ ਦੇ ਕੰਮਕਾਰ ਵੀ ਸਾਰੇ ਸੈੱਟ ਆ, ਵਧੀਆ ਬਿਜ਼ਨਸ ਚੱਲਦੇ ਆ, ਤਾਂ ਕਈ ਵਾਰ ਉਹਨਾਂ ਦੇ ਜਿਹੜਾ ਐਕਸਟਰਾ ਟਾਈਮ ਹੁੰਦਾ, ਕਿਉਂ ਨਾ ਇਹੋ ਜਿਹਾ ਇੱਕ ਗਰੁੱਪ ਕ੍ਰੀਏਟ ਕੀਤਾ ਜਾਵੇ ਜਿਹੜੇ ਲੋਕਾਂ ਲਈ, ਕਿਉਂਕਿ ਉਹਨਾਂ ਦੇ ਕਈ ਵਾਰ ਹੁਣ ਤੁਸੀਂ ਦੇਖੋ ਕਿੰਨੇ ਬੱਚਿਆਂ ਦੇ ਜਿਹੜੇ ਇੱਥੇ ਸੁਸਾਈਡ ਕਰਦੇ ਆ, ਠੀਕ ਆ, ਕਿੰਨੇ ਇੱਥੇ ਹੈਪਨ ਹੁੰਦੇ ਆ, ਉੱਥੇ ਕਮੀਆਂ ਕਿੱਥੇ ਆ? ਕਿਉਂਕਿ ਜਦੋਂ ਇਹੋ ਜਿਹੇ ਕੋਈ ਬੰਦਾ ਡਿਪਰੈਸ਼ਨ 'ਚ ਚਲਿਆ ਜਾਂਦਾ ਤਾਂ ਉਹਨੂੰ ਕੋਈ ਜਿਹੜੀ ਉਹ ਆਪਣੇ, ਕਿਉਂਕਿ ਉਹਦੇ ਅੰਦਰ ਤਾਂ ਉਹੀ ਚੱਲ ਰਿਹਾ ਹੁੰਦਾ ਨਾ, ਜੇ ਉਹੀ ਗੱਲਬਾਤ ਕਿਤੇ ਦੂਜੇ ਬੰਦੇ ਨਾਲ ਸਾਂਝੀ ਕੀਤੀ ਜਾ ਸਕੇ ਤਾਂ ਉਹ ਚੀਜ਼ਾਂ ਦਾ ਜਿਹੜਾ ਸਮੱਸਿਆਵਾਂ ਦਾ ਹੱਲ ਨਿਕਲ ਨਹੀਂ ਸਕਦਾ। ਕੀ ਲੱਗਦਾ ਤੁਹਾਨੂੰ? ਜੀ ਬਿਲਕੁਲ ਸਹੀ ਹੈ। ਅਸਲ 'ਚ ਹੁਣ ਕਿ ਅਸੀਂ ਕੰਮਕਾਰ 'ਚ ਫਸੇ ਹਾਂ ਜੀ, ਅਸੀਂ ਕਹਿੰਦੇ ਕੋਈ ਸਾਨੂੰ ਕੋਈ ਫਰਕ ਨਹੀਂ, ਸਾਨੂੰ ਅਸੀਂ ਸਾਡੇ ਕੋਲ ਲੈਣਾ ਦੇਣਾ, ਅਸੀਂ ਆਪਾਂ ਕੰਮਕਾਰ ਕਰਨਾ ਹੈ। ਪਰ ਇਹ ਵੀ ਯਾਦ ਰੱਖੋ, ਹੁਣ ਅਸੀਂ ਇੱਥੇ ਖੜਨ ਨੂੰ ਤੁਹਾਡੇ ਨਾਲ ਤਿਆਰ ਹਾਂ। ਹੁਣ ਜਿੱਦਾਂ ਤੁਸੀਂ ਕਿਹਾ ਸੀ, ਅਸੀਂ ਇਕੱਠੇ ਹੋ ਕੇ ਖੜੀਏ, ਸਾਡੀ ਆਵਾਜ਼ ਸੁਣੀ ਜਾਊਗੀ। ਪਰ ਜਦੋਂ ਤੁਸੀਂ ਇਕੱਲੇ ਹੋਵੋਗੇ, ਖਾਸ ਕਰਕੇ ਤੁਸੀਂ ਹਸਪਤਾਲ ਗਏ, ਤੁਹਾਡੇ ਮਾਂ-ਬਾਪ ਤੋਂ ਉੱਤੇ ਉੱਥੇ ਚੜਾਈ ਹੋਊਗੀ, ਕਿਉਂਕਿ ਨਿਊਟ੍ਰੀਸ਼ਨ ਦੇਖਿਆ। ਹੁਣ ਇਕੱਲੇ ਬੰਦੇ ਆਵਾਜ਼ ਕਿੱਥੇ ਸੁਣੀ ਜਾਊਗੀ, ਰਾਈਟ? ਜੇ ਤੁਹਾਨੂੰ ਪੁਲਿਸ ਨੇ ਕੋਈ ਫੜ ਲਿਆ,
ਉੱਥੇ ਜਾ ਕੇ ਤੁਹਾਨੂੰ ਕੋਈ ਜ਼ਬਰਦਸਤ ਕੀਤਾ, ਤੁਸੀਂ ਇਕੱਲੇ ਬੰਦੇ ਕਿੱਥੇ ਆਵਾਜ਼, ਹੁਣ ਤੁਸੀਂ ਦੱਸੋ ਉੱਥੇ ਵੀ ਟਾਈਮ ਸਪੈਂਡ ਕਰਨਾ ਪਊਗਾ। ਜਿੱਥੇ ਤੁਸੀਂ ਕਹਿੰਦੇ ਕਿ ਨਹੀਂ ਸਾਡੇ ਕੋਲ ਦਿਨ ਦਿਹਾੜੇ ਅਸੀਂ ਲਾ ਨਹੀਂ ਸਕਦੇ, ਟਾਈਮ ਨਹੀਂ ਹੈਗਾ, ਪਰ ਜਦੋਂ ਤੁਸੀਂ ਕੋਟਾ 'ਚ ਜਾਓਗੇ ਹਨਾ, ਜਿਹਦਾ ਤੁਹਾਨੂੰ ਜ਼ਬਰਦਸਤ ਗਲਤ ਨਾ ਥੋੜਾ ਉਹਦਾ ਟਾਈਮ ਹੋਊਗਾ ਜੀ, ਤੁਸੀਂ ਉਹਦਾ ਟਾਈਮ ਕੱਢੋਗੇ। ਕਹਿਣ ਦਾ ਭਾਵ ਕਿ ਸਾਨੂੰ ਟਾਈਮ ਕੱਢਣਾ ਪਊਗਾ, ਕਿਉਂਕਿ ਅਸੀਂ ਕਾਫੀ ਜਿਹੜੇ ਹੈਗੇ ਲੋਕੀ ਵੀ ਅਸੀਂ ਇਹਦੇ ਵਿੱਚ ਜਿਹਦੇ ਵਿੱਚ ਗੇਮ ਹੋਣੀ, ਸਾਡੇ ਨਾਲ ਗਲਤ ਕੰਮ ਕੀਤਾ ਗਿਆ, ਜ਼ਬਰਦਸਤ ਕੀਤਾ ਗਿਆ, ਤੇ ਉਹ ਇਕੱਲੇ ਹੁੰਦੇ ਆ, ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ। ਇਸ ਕਰਕੇ ਅਸੀਂ ਕਹਿੰਦੇ ਕਿ ਸਾਨੂੰ ਹੁਣ ਸਾਨੂੰ ਇੱਕ ਹੁਣ ਮੌਕਾ ਹੈਗਾ, ਟਾਈਮ ਇੱਕ ਬੇਨਤੀ ਹੈ ਕਿ ਅਸੀਂ ਟਾਈਮ ਕੱਢੀਏ ਸਮਝ ਕੇ ਸਾਡੇ ਲਈ ਨਹੀਂ, ਆਪਣੇ ਬੱਚਿਆਂ ਲਈ, ਕਿਉਂਕਿ ਅਸੀਂ ਇਸੇ ਕਾਰਨ ਤੇ ਉਹ ਅਸਲ ਤੇ ਅਸੀਂ ਇੱਥੇ ਜੰਪਾਲ ਹੈਗੇ, ਪਰ ਜ਼ਿਆਦਾਤਰ ਜਿੰਨੇ ਲੋਕੀ ਇੰਡੀਆ ਤੋਂ ਆਏ ਹੋਏ ਉਹ ਇਸੇ ਕਾਰਨ ਚਾਹੇ ਇਸ ਬੈਟਰ ਫਿਊਚਰ ਫॉर द ਚਿਲड्रन। ਜੇ ਦੇਖਿਆ ਜਾਣਾ ਅਸੀਂ ਕਹਿੰਦੇ ਕੈਨੇਡੀਅਨ ਹੁਣ ਭਾਈ ਸਾਹਿਬ ਕੈਨੇਡੀਅਨ ਦਾ ਮਤਲਬ ਕੀ ਹੈ ਜੀ, ਅਸਲ ਪੁੱਛੇ ਜਾਣਾ ਕੀ ਮਤਲਬ ਕਿ ਜਿਹੜਾ ਬੰਦਾ ਹਾਕੀ ਖੇਡਦਾ ਹੈ ਉਹ ਮੇਪਲ ਸਿਰਪ ਖਾਂਦਾ ਹੈ ਔਰ ਬੇਕਨ ਜਿੱਦਾਂ ਚੀਜ਼ਾਂ ਨਹੀਂ, ਜਿਹੜੇ ਨੇਟਿਵ ਇੰਡੀਅਨ ਹੈਗੇ ਆ ਉਸ ਤੋਂ ਇਲਾਵਾ ਜਿੰਨੇ ਲੋਕੀ ਆਏ ਇੱਥੇ ਸਾਰੇ ਇਮੀਗ੍ਰੈਂਟ ਆ, ਤੇ ਉਹਦਾ ਕਾਰਨ ਕੀ ਸੀ? ਉਹ ਜਿਹੜੇ ਪਿੱਛੇ ਸੀ ਉਹਨਾਂ ਦੇਸ਼ਾਂ 'ਚ ਉਹਦੇ ਵਿੱਚ ਲੜਾਈਆਂ ਹੁੰਦੀ ਸੀ, ਜ਼ਬਰਦਸਤ ਹੁੰਦੀ ਸੀ, ਫਰੀडम ਨਹੀਂ ਸੀ। ਅਸੀਂ ਇੱਥੇ ਆਏ ਹਾਂ ਫਰੀडम ਕਰਕੇ। ਲੋਕੀ ਕਹਿੰਦੇ ਅਸੀਂ ਇੱਥੇ ਆਏ ਹਾਂ ਕਾਨੂੰਨ ਕਰਕੇ, ਨਹੀਂ, ਕਾਨੂੰਨ ਇੰਡੀਆ 'ਚ ਵੀ ਹੈਗਾ, ਅਫਗਾਨਿਸਤਾਨ 'ਚ ਵੀ ਹੈਗਾ, ਕਾਨੂੰਨ ਸਾਰੇ ਪਾਸੇ ਹੁੰਦੇ ਆ, ਕੈਨੇਡਾ 'ਚ ਵੀ ਕਾਨੂੰਨ ਹੈਗਾ, ਸਿਰਫ ਇੱਕੋ ਚੀਜ਼ ਦਾ ਫਰਕ ਆ, our Canadian charter right that takes precedence over everything। ਇਹ ਸਭ ਤੋਂ ਉੱਚਾ ਇੱਥੇ ਹੈਗਾ, ਕਾਨੂੰਨ ਤੋਂ ਵੀ ਉੱਚਾ ਹੈ। ਤੇ ਜੇ ਅਸੀਂ ਉਸ ਚੀਜ਼ ਨਹੀਂ ਲੜਾਈ ਕਰਦੇ ਤੇ ਮੇਰੇ ਹਿਸਾਬ ਨਾਲ ਇੰਡੀਆ ਤੇ ਕੈਨੇਡਾ ਦਾ ਇਹਨਾਂ ਹੁਣ ਫਰਕ ਰਹਿਣਾ ਨਹੀਂ ਥੋੜਾ ਸਾਲ 'ਚ। ਤੁਸੀਂ ਆਪ ਖੁਦ ਦੇਖਿਓ, ਹੁਣ ਤੁਸੀਂ ਦੇਖੋ ਜਿਹੜਾ ਹੈਗਾ ਜਸਟਿਨ ਟਰੂਡੋ, ਉਹਨਾਂ ਨੇ ਕੀ ਕੀਤਾ ਸੀ, ਦੇਖੋ ਜੇ ਤੁਸੀਂ ਹੱਕ 'ਚ ਹੈਗੇ ਆ, ਜੋ ਹੋਇਆ ਜਿਵੇਂ ਉਹ ਗੱਲ ਵੱਖ ਹਨਾ, ਗੱਲ ਹੈਗੀ ਉਹੀ, ਦੂਸਰੀ ਗੱਲ ਹੈਗੀ ਹੈ ਸਾਰਾ ਇਹ ਕੈਨੇਡਾ 'ਚ ਇਹੀ ਆ ਕਿ ਯੂ ਹੈਵ ਦ ਰਾਈਟ ਕਿ ਜੋ ਤੁਸੀਂ ਮੰਨਣਾ ਚਾਹੁੰਦੇ ਹੋ ਬਲੀਫ, ਤੁਹਾਡਾ ਬਲੀਫ ਹੈਗਾ ਬਿਲਕੁਲ ਹਨਾ। ਜੇ ਅਸੀਂ ਗਵਰਨਮੈਂਟ ਤੋਂ ਅਸੀਂ ਕੋਈ ਸਾਡਾ ਸੋਚ ਵੱਖਰਾ ਹੋਣ ਤੇ ਸਾਰਾ ਕੋ ਹੱਕ ਆ ਹੋਣ ਦੇ, ਇੰਡੀਆ 'ਚ ਨਹੀਂ ਬਿਲਕੁਲ। ਤੇ ਹੁਣ ਉਹਨਾਂ ਨੇ ਟਰੂਡੋ ਨੇ ਕੀ ਕੀਤਾ ਆ, ਉਹਨਾਂ ਨੇ ਸਾਰੇ ਜਿਹੜੇ ਪ੍ਰੋਟੈਸਟ ਹੈਗੇ ਸੀ ਉਹਨਾਂ ਨੇ ਬੈਂਕ ਅਕਾਊਂਟ ਬੰਦ ਕਰ ਦਿੱਤੇ। ਤੇ ਇਹੀ ਚੀਜ਼ ਤੁਸੀਂ ਦੇਖੋ ਨਾ ਕੋਲੰਬੀਆ 'ਚ, ਅਫਗਾਨਿਸਤਾਨ 'ਚ, ਇੰਡੀਆ ਜਿਹੜਾ ਖਤਰਨਾਕ ਤੋਂ ਖਤਰਨਾਕ ਦੇਸ਼ਾਂ 'ਚ ਸਾਰੇ ਲੋਕੀ ਕਹਿੰਦੇ ਕਿ ਇਹ ਸਾਡੇ ਦੇਸ਼ ਕਦੇ ਵੀ ਨਹੀਂ ਹੋ ਸਕਦਾ, ਹਾਲਾਂਕਿ ਕੈਨੇਡਾ 'ਚ ਇਹੀ ਹੋਇਆ। ਤੇ ਉਹਨਾਂ ਨੇ ਇੱਕ ਵਾਰੀ ਤੁਸੀਂ ਦੇਖੋ ਜਿੰਨਾ ਤੁਸੀਂ ਕਹਿ ਦੋ ਮੋਦੀ ਸਾਹਿਬ ਨਾਲ, ਉਹਨਾਂ ਨੇ ਫੇਰ ਵੀ ਕਿਸਾਨਾਂ ਨੇ ਕਿੰਨੀ ਵਾਰੀ 16 ਵਾਰੀ ਕਿੰਨੀ ਵਾਰੀ ਗੱਲ ਕੀਤੀ ਵੀ ਸੀ ਤੇ ਜੇ ਦੇਖੋ ਉਹੀ ਗੱਲ ਹੈਗੀ ਆ, ਉਹ ਚੀਜ਼ ਹੱਕ 'ਚ ਸੀ ਔਰ ਨਹੀਂ ਹੱਕ ਉਹ ਗੱਲ ਵੱਖ ਆ, ਪਰ ਜਸਟਿਨ ਟਰੂਡੋ ਨੂੰ ਇੱਕ ਵਾਰੀ ਨਹੀਂ ਆਵਾਜ਼ ਸੁਣੀ। ਤੇ ਸਾਡਾ ਕਹਿਣ ਦਾ ਭਾਵ ਸੀ ਓਵਰਆਲ ਪਿਕਚਰ ਦੇਖੋ ਕਿ ਇੱਕ ਆਹ ਗੱਲ ਚੱਲੀ ਆ ਤੇ ਸਾਡਾ ਪ੍ਰਾਈਮ ਮਿਨਿਸਟਰ ਉਹਦੀ ਗੱਲ ਆਵਾਜ਼ ਸੁਣੀ ਤੇ ਅੱਗੇ ਜਾ ਕੇ ਤੁਹਾਡੀ ਕੋਈ ਗੱਲ ਹੋ ਸਕਦੀ ਹੈ ਬਿਲਕੁਲ। ਤੇ ਜੇ ਉਹ ਤੁਹਾਡੀ ਨਾ ਆਵਾਜ਼ ਸੁਣਨ ਤੇ ਫਿਰ ਇੰਡੀਆ ਤੇ ਕੈਨੇਡਾ ਦਾ ਫਰਕ ਕੀ ਰਹਿ ਗਿਆ? ਤੇ ਅਸੀਂ ਇਹੀ ਕਹਿੰਦੇ ਕਿ ਅਸੀਂ ਅਵੇਅਰਨੈਸ ਕਰੀਏ, ਸਟੈਂਡਸ ਹੀ ਲਈਏ ਕਿ ਅਸੀਂ ਜੇ ਸਾਡੇ ਮੰਮੀ ਡੈਡੀ ਇੱਥੇ ਕਾਰ ਤੇ ਆਏ, ਤੁਸੀਂ ਇੱਥੇ ਕਾਰ ਕਿਸੇ ਕਾਰ ਤੇ ਆਏ ਹੋ, ਤੇ ਜੇ ਹੁਣ ਦੇਖੋ ਜੇ ਉਹੀ ਹਾਲਾਤ ਹੋ ਗਿਆ ਤੇ ਫਰਕ ਹੀ ਰਿਹਾ ਤੇ ਅਸੀਂ ਉਹੀ ਗੱਲ ਹੋ ਗਈ, ਅਸੀਂ ਕਿੱਥੇ ਭੱਜੀਏ? ਬਿਲਕੁਲ ਭਾਈ ਸਾਹਿਬ, ਜਿੱਦਾਂ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਤੇ ਤੁਸੀਂ ਵੀ ਇਹਦੇ ਵਿੱਚ ਜਿੱਦਾਂ ਹੁਣ ਆਪਣੇ ਸਾਰੇ ਜਿੰਨੇ ਵੀ ਕਿਉਂਕਿ ਭਾਈਚਾਰਾ ਦੇਖ ਰਿਹਾ ਤੇ ਉਹਨਾਂ ਨੂੰ ਇਹੋ ਜਿਹੇ ਕੀ ਲਈ ਕਿੱਦਾਂ ਦੀਆਂ ਆਪਾਂ ਨੂੰ ਅਵੇਅਰਨੈਸ ਦੀਆਂ ਗੱਲਾਂ ਬਾਤਾਂ ਜਾਂ ਇਹੋ ਜਿਹੇ ਬੁਲਾਰੇ ਜਿਹੜੀ ਵਧੀਆ ਇਹੋ ਜਿਹੀ ਸਾਨੂੰ ਸਿੱਖਿਆ ਦੇ ਸਕਦੇ ਆ ਤੇ ਇਹ ਸਾਡੇ ਫਿਊਚਰ ਨੂੰ ਇਹਦੇ ਨਾਲ ਕਿ ਗਾਂ ਬੱਚਿਆਂ ਨੂੰ ਕਿੱਦਾਂ ਜੋੜਿਆ ਜਾ ਸਕਦਾ? ਜਿੱਦਾਂ ਤੁਸੀਂ ਦੱਸਿਆ ਕਿ ਜੰਪਲ ਇੱਥੋਂ ਦੇ ਆ ਤੇ ਤੁਸੀਂ ਵਧੀਆ ਬਹੁਤ ਸੋਹਣਾ ਜਿਹੜਾ ਤੁਹਾਡੇ ਦਸਤਾਰ ਸਰੂਪ ਵਧੀਆ ਰਾਈਟ, ਤੇ ਇਹਦੇ ਨਾਲ ਜਿਹੜੀਆਂ ਇਹੋ ਜਿਹੀਆਂ ਅਵੇਅਰਨੈਸਾਂ ਤੁਸੀਂ ਜਿਹੜਾ ਕਮਿਊਨਿਟੀ ਲਈ ਕੰਮ ਕਰਦੇ ਹੋ ਤੇ ਇਹ ਜਿਹੜਾ ਨਵੀਂ ਯੰਗ ਜਨਰੇਸ਼ਨ ਆਪਣੀ ਉਹਨੂੰ ਕਿਵੇਂ ਜੋੜਿਆ ਜਾ ਸਕਦਾ ਜਾਂ ਤੁਸੀਂ ਕਿੱਦਾਂ ਜੁੜੇ? ਦੇਖੋ ਜੀ, ਗੁਰਬਾਣੀ ਦੇ ਅਨੁਸਾਰ ਚੱਲੀਏ ਤਾਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੀ। ਸੋ ਜੇ ਅਸੀਂ ਆਪਣੇ ਬੱਚਿਆਂ ਨੂੰ ਜੋੜਨਾ ਹੈ, ਅਸੀਂ ਆਪਣੇ ਬੱਚਿਆਂ ਨੂੰ ਦਸੀਏ ਕਿ ਪੁੱਤਰ ਤੇਰੇ ਕੀ ਰਾਈਟਸ ਹੈ, ਤੇਰੇ ਤੁਸੀਂ ਕੀ ਆਜ਼ਾਦੀ ਦਾ ਮਤਲਬ ਕੀ ਹੁੰਦਾ ਹੈ। ਅਸੀਂ ਅੱਜ ਜੇ ਇਹ ਵਰਡ ਸੁਣਦੇ ਨਾ ਫਰੀडम ਵਰਡ ਹੈ ਜਿਹੜਾ ਭਾਈ ਸਾਹਿਬ, ਇਹ ਪੋਜ਼ਿਟਿਵ ਵਰਡ ਹੈ ਨਾ ਫਰੀडम ਤਾਂ, ਸੋ ਇਹ ਤਾਂ ਬਹੁਤ ਪੋਜ਼ਿਟਿਵ ਵਰਡ ਹੈ, ਲੇਕਿਨ ਫਰੀडम ਦਾ ਵਰਡ ਸੁਣ ਕੇ ਲਾਈਕ ਫੇਸਬੁੱਕ ਤੇ ਤੁਸੀਂ ਮਤਲਬ ਤੁਹਾਡੇ ਤੇ ਟੈਗ ਲਾ ਦਿੱਤਾ ਜਾਂਦਾ ਤੇ ਤੁਹਾਡੀ ਉਹ ਪੋਸਟ ਜਿਹੜੀ ਉਹ ਚੱਕ ਦਿੱਤੀ ਜਾਂਦੀ ਹੈ। ਜੇ ਫਰੀडम ਦੀ ਅਸੀਂ ਗੱਲ ਕਰਦੇ ਹਾਂ, ਸੋ ਫਰੀडम ਜਿਹੜਾ ਇਸ ਤਰੀਕੇ ਨਾਲ ਸਮਝਿਆ ਜਾਂਦਾ ਹੈ ਕਿ ਬੜਾ ਨੈਗੇਟਿਵ ਵਰਡ ਹੈ। ਜੇ ਅਸੀਂ ਗੱਲ ਕਰਦੇ ਹਾਂ ਪ੍ਰੋਟੈਸਟ ਦੀ, ਜਿਹੜਾ ਕਿ ਤੁਹਾਡਾ ਹੱਕ ਹੈ, ਜੇ ਇਹ ਮਾੜਾ ਹੀ ਹੁੰਦਾ
ਸੋ ਇਹ ਇੱਕ ਨਾ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਤੇ ਠੱਲ ਪਾਉਣ ਦਾ ਇੱਕ ਤਰੀਕਾ ਜਿਹੜਾ ਉਹ ਚਾਰਟਰ ਆਫ ਰਾਈਟਸ 'ਚ ਰੱਖਿਆ ਜਾਂਦਾ ਜੀ। ਸੋ ਉਹਦਾ ਜਿਹੜਾ ਇੱਕ ਵਨ ਆਫ ਦੋਸ ਵੇਜ਼ ਇਜ਼ ਦਿਸ ਪ੍ਰੋਟੈਸਟ, ਦਿਸ ਵੇ ਆਫ ਪ੍ਰੋਟੈਸਟਿੰਗ। ਬਿਲਕੁਲ। ਸੋ ਇਹ ਸਾਡਾ ਹੱਕ ਹੈ, ਇਹ ਸਾਡਾ ਰਾਈਟ ਹੈ। ਸੋ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਜਿਹੜੇ ਲੋਕ ਚਾਹੇ ਉਹ ਗਲਤ ਹੋਣ ਚਾਹੇ ਉਹ ਸਹੀ ਹੋਣ, ਮੁੱਦਾ ਇਹ ਨਹੀਂ ਹੈ। ਮੁੱਦਾ ਇਹ ਹੈ ਕਿ ਜੇ ਉਹ ਸਮਝਦੇ ਹੈ ਕਿ ਸਾਡੇ ਨਾਲ ਧੱਕਾ ਹੋਇਆ, ਸੋ ਉਹਨਾਂ ਕੋਲ ਹੱਕ ਹੈਗਾ ਕਿ ਉਹ ਆਵਾਜ਼ ਚੱਕ ਸਕਦੇ, ਆਵਾਜ਼ ਬੁਲੰਦ ਕਰ ਸਕਦੇ ਆ। ਚਾਹੇ ਕਿ ਉਹ ਅਸੀਂ ਕਿਸੇ ਵੀ ਮੁਲਕ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਕਈ ਲੋਕ ਕਹਿ ਰਹੇ ਸੀ ਕਿ ਨਹੀਂ ਇਹ ਕਿਸਾਨ ਗਲਤ ਹੈ, ਇਹਨਾਂ ਨੂੰ ਨੌਲੇਜ ਨਹੀਂ ਹੈਗੀ। ਉਹ ਕਿਸਾਨ ਕਹਿ ਰਹੇ ਸੀ ਕਿ ਨਹੀਂ ਜੀ ਸਾਨੂੰ ਪਤਾ ਹੈ ਤੇ ਅਸੀਂ ਜਾਣਦੇ ਹਾਂ, ਚਾਹੇ ਦੋਵਾਂ ਚੋਂ ਕੋਈ ਸਹੀ ਹੋਵੇ ਚਾਹੇ ਕੋਈ ਗਲਤ ਹੋਵੇ, ਲੇਕਿਨ ਆਵਾਜ਼ ਚੁੱਕਣ ਦਾ ਜਿਹੜਾ ਹੱਕ ਹੈ ਉਹ ਦੋਵਾਂ ਧਿਰਾਂ ਨੂੰ ਹੋਣਾ ਚਾਹੀਦਾ ਹੈ। ਬਿਲਕੁਲ। ਤੇ ਇੱਥੇ ਵੀ ਉਦਾਂ ਹੀ ਹੋਣਾ ਚਾਹੀਦਾ ਹੈ। ਇਨਫੈਕਟ ਇੱਥੇ ਭਾਈ ਸਾਹਿਬ ਨੇ ਗੱਲ ਕੀਤੀ ਵੀ ਇੱਥੇ ਤਾਂ ਜੋ ਚੀਜ਼ ਅਫਗਾਨਿਸਤਾਨ 'ਚ ਨਹੀਂ ਹੋ ਸਕਦੀ, ਜੋ ਚੀਜ਼ ਦੂਜੇ ਮੁਲਕਾਂ 'ਚ ਨਹੀਂ ਹੋਈ, ਅਸੀਂ ਉਹ ਇੱਥੇ ਦੇਖਦੇ ਪਏ ਹਾਂ। ਸੋ ਇੱਕ ਡਿਵਾਈਡ ਐਂਡ ਕੌਨਕਰ, ਡਿਵਾਈਡ ਐਂਡ ਰੂਲ ਦਾ ਜਿਹੜੀ ਪਾਲਿਸੀ ਹੈ ਉਹ ਬੜੀ ਕਲੀਅਰ ਕੱਟ ਜੀ ਪਾਲਿਸੀ ਇੱਥੇ ਵੀ ਨਜ਼ਰ ਆ ਰਹੀ ਹੈ ਕਿ ਲੋਕਾਂ ਨੂੰ ਵੰਡ ਦਿੱਤਾ ਗਿਆ, ਲੋਕਾਂ ਦੇ ਵਿੱਚ ਵੰਡੀਆਂ ਪਾ ਦਿੱਤੀਆਂ ਗਈਆਂ ਕਿ ਚਾਹੇ ਕਿ ਉਹ ਵੈਕਸੀਨ ਦੀ ਗੱਲ ਹੋਵੇ, ਚਾਹੇ ਕਿ ਉਹ ਮੈਂਡੇਟਸ ਦੀ ਗੱਲ ਹੋਵੇ, ਚਾਹੇ ਅਸੀਂ ਕਿਸੇ ਚੀਜ਼ ਦੀ ਵੀ ਗੱਲ ਕਰੀ। ਹੁਣ ਹਾਂਜੀ, ਹੁਣ ਦੇਖੋ ਮੈਂਡੇਟਸ ਦੀ ਜਿਹੜੀ ਅਸੀਂ ਗੱਲ ਕਰਦੇ ਆ ਨਾ, ਹੁਣ ਮੈਂਡੇਟਸ ਹੁੰਦੇ ਆ ਕਿਸੇ ਚੀਜ਼ ਨੂੰ ਠੱਲ ਪਾਉਣ ਨੂੰ, ਕਿਸੇ ਚੀਜ਼ ਨੂੰ ਕੰਟਰੋਲ ਪਾਉਣ ਨੂੰ। ਕੈਨੇਡਾ ਪੂਰੀ ਦੁਨੀਆ ਦੇ ਵਿੱਚ ਕੱਲਾ ਇਦਾਂ ਦਾ ਮੁਲਕ ਹੈ ਜਿੱਥੇ ਕਿ ਉੱਥੇ ਦੇ ਬਾਸ਼ਿੰਦੇ ਨੂੰ ਜਿਹੜਾ ਰਾਈਟ ਟੂ ਮੂਵ ਫ੍ਰੀਲੀ ਥਰੂ ਆਊਟ ਕੈਨੇਡਾ, ਵਿਦ ਇਨ ਕੈਨੇਡਾ ਤੇ ਆਊਟਸਾਈਡ ਕੈਨੇਡਾ ਹੈ ਹੀ ਨਹੀਂ ਹੈ। ਤੁਸੀਂ ਜਾ ਨਹੀਂ ਸਕਦੇ ਹੋ ਜੇ ਤੁਸੀਂ ਮਤਲਬ ਕਿ ਉਹਨਾਂ ਨੂੰ ਫੋਲੋ ਨਹੀਂ ਕਰਦੇ, ਤੁਸੀਂ ਨਹੀਂ ਜਾ ਸਕਦੇ। ਸੋ ਠੀਕ ਹੈ, ਤੁਸੀਂ ਆਪਣੇ ਹਿਸਾਬ ਨਾਲ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰ ਰਹੇ ਹੋ, ਲੇਕਿਨ ਜੇ ਕਿਸੇ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਸੋ ਫਿਰ ਉਹਨੂੰ ਵੀ ਹੱਕ ਹੈ। ਇਹ ਦੋਵੇਂ ਤਰ੍ਹਾਂ ਤੇ ਲਾਗੂ ਹੁੰਦੀ ਹੈ ਗੱਲ। ਬਿਲਕੁਲ। ਸੋ ਉਹਨਾਂ ਨੂੰ ਵੀ ਫਿਰ ਹੱਕ ਹੈ। ਜੇ ਤੁਹਾਨੂੰ ਹੱਕ ਹੈ, ਤੁਸੀਂ ਕੋਈ ਵੀ ਕਾਨੂੰਨ ਪਾਸ ਕਰੀ ਜਾਂਦੇ ਹੋ। ਅੱਜ ਤੋਂ ਕੁਝ ਸਾਲ ਪਹਿਲਾਂ ਦੇਖੀਏ, ਜਿਹੜਾ 20-25 ਸਾਲ ਪਹਿਲਾਂ ਦੇਖੀਏ ਤੇ ਹਾਈਵੇ ਜਾਮ ਹੋ ਗਏ ਸੀ। ਮੈਂ ਜਦੋਂ ਇੱਥੇ ਨਵਾਂ ਆਇਆ ਸੀਗਾ, ਜਿਹੜਾ QEW ਕੁਝ ਪ੍ਰੋਟੈਸਟ ਚੱਲ ਰਿਹਾ ਸੀਗਾ, ਆਈ ਡੋਨਟ ਨੋ ਕੀ ਕਿਹਦਾ ਸੀਗਾ, ਕੁਝ ਸ਼੍ਰੀਲੰਕਾ ਦਾ ਕਿ ਸਮਥਿੰਗ ਪ੍ਰੋਟੈਸਟ ਸੀਗਾ, ਹੈ ਨਾ। ਉਸ ਟਾਈਮ ਤੇ ਇਦਾਂ ਦਾ ਕੋਈ ਮੁੱਦਾ ਨਹੀਂ ਸੀਗਾ, ਕੋਈ ਵੀ ਪ੍ਰੋਟੈਸਟ ਕਰ ਸਕਦਾ ਸੀਗਾ, ਹਾਈਵੇ ਤੱਕ ਵੀ ਜਾਮ ਹੋ ਜਾਂਦੇ ਸੀਗੇ। ਅੱਜ ਅਸੀਂ ਇਹ ਕਰ ਨਹੀਂ ਸਕਦੇ। ਸੋ ਇਹ ਸਾਡੇ ਰਾਈਟਸ ਤੇ ਇਹਨੂੰ ਆਪਾਂ ਅਟੈਕ ਸਮਝਣਾ ਚਾਹੀਦਾ ਹੈ। ਇਹ ਗੁਰਬਾਣੀ ਕਹਿੰਦੇ, ਗੁਰੂ ਸਾਹਿਬ ਕਹਿੰਦੇ ਜੋ ਪਰ ਉਸੀ ਕੇ ਹੁਆ ਤੂੰ ਆਪਣੇ ਵੀ ਜਾਨ। ਇਹ ਕਿਸੇ ਨਾਲ ਹੋ ਰਿਹਾ ਹੈ। ਬਿਲਕੁਲ। ਸੋ ਇਹੀ ਸਮਝੋ ਵੀ ਇਸ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ। ਬਿਲਕੁਲ ਬਿਲਕੁਲ। ਤੇ ਹੁਣ ਸਮਾਂ ਜਿਹੜਾ ਆਪਣਾ ਸਮਾਪਤੀ ਵਾਲਾ ਐਂਡ ਤੇ ਦੁਆਰਾ ਆਪਣਾ ਫੇਰ ਦੱਸ ਦਿਓ ਕਿ ਇਹ ਜਿਹੜਾ ਪ੍ਰੋਗਰਾਮ ਕਦੋਂ ਤੇ ਕਿੱਥੇ ਹੋ ਰਿਹਾ, ਤੇ ਆਪਣੀ ਕਮਿਊਨਿਟੀ ਲਈ ਵੀ ਕਦੋਂ ਕਿਵੇਂ ਉੱਥੇ ਅਪਰੋਚ ਕਰ ਸਕਦੀ ਆ, ਜਾਂ ਕਿੱਦਾਂ ਦੇ ਆਪਣੇ ਸਵਾਲ ਆ ਜਿਹੜੇ ਉਹ ਤੁਹਾਨੂੰ ਦੱਸ ਸਕਦੀ ਆ, ਕੀ ਸਮੱਸਿਆਵਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ, ਤੇ ਉਹਦਾ ਗਾਂ ਟਰਾਈ ਇਹੀ ਹੋਊਗੀ ਤੁਹਾਡੀ ਕਿ ਉਹਨਾਂ ਦੇ ਹੱਲ ਲੱਭੇ ਜਾਣ। ਬਿਲਕੁਲ ਜੀ। ਦੇਖੋ, ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਪਹਿਲਾਂ, ਤੇ ਜਾਗਰੂਕ ਜਦੋਂ ਹੋਣਗੇ ਪਹਿਲਾਂ ਤਾਂ ਆਪਾਂ ਨੂੰ ਮੰਨਣਾ ਪਏਗਾ ਕਿ ਕੁਝ ਗਲਤ ਹੋ ਰਿਹਾ ਜੀ। ਜਦੋਂ ਮੰਨ ਲੈਣਗੇ ਕਿ ਕੁਝ ਗਲਤ ਹੋ ਰਿਹਾ ਫਿਰ ਅਸੀਂ ਉਹਦੇ ਤੇ ਕੁਝ ਵਰਕ ਕਰਾਂਗੇ, ਨਹੀਂ ਤਾਂ ਅਸੀਂ ਵਰਕ ਹੀ ਨਹੀਂ ਕਰਾਂਗੇ। ਸੋ ਜਿਹੜਾ ਇਹ ਪ੍ਰੋਗਰਾਮ ਅਸੀਂ ਵੰਡਿਆ ਉਹ ਅਪ੍ਰੈਲ 23 ਅਪ੍ਰੈਲ 12:30 ਤੋਂ 4 ਵਜੇ ਗਾਰਡਨ ਸੈਂਟਰ ਜਿਹੜਾ ਬਰੈਂਪਟਨ ਦੇ ਵਿੱਚ ਹੈ, ਜਿੱਥੇ ਮੈਂ ਦੱਸਿਆ ਵੱਡੀ ਸਕਰੀਨ ਲੱਗੀ ਹੈ ਸਿਟੀ ਸੈਂਟਰ ਦੇ ਨਾਲ, ਉੱਥੇ ਲੰਗਰ ਵੀ ਹੋਏਗਾ। ਤੇ ਉੱਥੇ ਬਹੁਤ ਅਸੀਂ ਅਲੱਗ-ਅਲੱਗ ਜੋ ਇਹ ਕਹਿ ਸਕਦੇ ਹਾਂ ਬੈਕਗਰਾਉਂਡਸ ਤੋਂ ਬੁਲਾਰੇ ਜਿਹੜੇ ਅਸੀਂ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੀ ਜਿਹੜੀ ਲਿਸਟ ਆ ਤਿਆਰ ਹੋ ਰਹੀ ਹੈ। ਉਹਨਾਂ ਚੋਂ ਕੁਝ ਜਿਹੜੇ ਮੈਡੀਕਲ ਫੀਲਡ ਨਾਲ ਹੋਣਗੇ, ਕੁਝ ਜਿਹੜੇ ਉਹ ਸਿਟੀ ਦੇ ਨਾਲ ਪਲੈਨਿੰਗ ਦੇ ਨਾਲ ਜਿਨ੍ਹਾਂ ਦਾ ਵਾਹ ਪਿਆ ਤੇ ਉਹਨਾਂ ਨੂੰ ਪ੍ਰੋਬਲਮਸ ਆਈਆਂ ਉਹਦੇ ਵਿੱਚ, ਸੋ ਆਰਕੀਟੈਕਟ ਹੋਗੇ ਉਹ ਹੋਣਗੇ। ਤੇ ਕੁਝ ਉਹਨਾਂ ਦੇ ਵਿੱਚ ਜਿਹੜੇ ਆ ਆਪਣੇ, ਜਿਵੇਂ ਕਿ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹੋਮੋਪੈਥੀ ਦੇ ਜਿਹੜੇ ਡਾਕਟਰ ਹੈ ਤੇ ਉਹ ਵੀ ਆਪਾਂ ਲੈ ਕੇ ਜਾਈਏ, ਕਿਉਂਕਿ ਸਾਡੀ ਸਿਹਤ ਜਿਹੜੀ ਹੈ ਉਹ ਬਹੁਤ ਜ਼ਰੂਰੀ ਸਾਨੂੰ ਸਮਝਣੀ ਚਾਹੀਦੀ। ਇਹ ਇੱਦਾਂ ਦਾ ਅਸੀਂ ਇੱਕ ਪਲਾਨ ਕਰ ਰਹੇ ਹਾਂ ਕਿ ਲੋਕਾਂ ਨੂੰ ਉੱਥੇ ਜਿਹੜੀ ਇਨਫੋਰਮੇਸ਼ਨ ਉਹ ਲੈਣਾ ਚਾਹੁੰਦੇ ਆ ਪਿਛਲੇ 3 ਸਾਲਾਂ ਤੋਂ 2-3 ਸਾਲਾਂ ਤੋਂ ਜੋ ਵੀ ਹੋ ਰਿਹਾ, ਸੋ ਉਹਨਾਂ ਨੂੰ ਇਨਫੋਰਮੇਸ਼ਨ ਖੁੱਲ ਕੇ ਮਿਲ ਸਕੇ, ਉਹ ਆਪਣੇ ਵੀ ਜਿਹੜੇ ਵਿਚਾਰ ਉਹ ਸਾਂਝੇ ਕਰ ਸਕਣ। ਜੀ ਸੁਖਪ੍ਰੀਤ ਜੀ, ਐਂਡ ਤੇ ਤੁਸੀਂ ਕੀ ਕਹਿਣਾ ਚਾਹੋਗੇ? ਵੀ ਆਮ ਜਿਹੜਾ ਕਈ ਵਾਰ ਅਸੀਂ ਗੱਲਾਂ ਬਾਤਾਂ ਵੀ ਸੁਣਦੇ ਹੁੰਦੇ ਆ ਕਿ ਇੱਥੇ ਜਿਹੜਾ ਮੈਡੀਕਲ ਦਾ ਪ੍ਰੋਸੈਸ ਬੜਾ ਲੰਬਾ, ਤੇ ਕਈ ਵਾਰ ਸਾਨੂੰ ਬੈਕ ਹੋਮ ਤੋਂ ਉਹ ਚੀਜ਼ਾਂ ਕਰਵਾਉਣੀਆਂ ਪੈਂਦੀਆਂ। ਕਿਸ ਤਰ੍ਹਾਂ? ਜਿਵੇਂ ਕਿ ਕਈ ਵਾਰ ਕੋਈ ਤੁਹਾਨੂੰ ਪ੍ਰੋਬਲਮ ਆ ਗਈ ਤੇ ਤੁਹਾਨੂੰ ਇਹ ਹੁੰਦਾ ਕਿ ਇੱਥੇ ਉਹਦੇ ਤੇ ਟਾਈਮ ਬਹੁਤ ਲੱਗ ਜਾਣਾ, ਤੇ ਅਸੀਂ ਪਿੱਛੇ ਫਿਰ ਬੈਕ ਜਾਂ ਹੋਮ ਜਾ ਕੇ ਉੱਥੇ ਜਾ ਕੇ ਕਰਵਾਉਣੇ, ਇਹ ਵੀ ਸਮੱਸਿਆਵਾਂ ਹੈਗੀਆਂ। ਉਹੀ ਤਾਂ ਗੱਲ ਹੈ ਕਿ ਅੰਤ ਜਾ ਕੇ ਜਦੋਂ ਅਸੀਂ ਇੱਥੇ ਹਾਰ ਜਾਂਦੇ ਹਾਂ ਜੀ, ਅੰਤ ਜਾ ਕੇ ਅਸੀਂ ਵਾਪਸ ਜਾਂਦੇ ਇੰਡੀਆ ਜੀ। ਹਾਂ, ਜੇ ਅਸੀਂ ਹਾਰ ਜਾਂਦੇ ਹਾਂ ਤੇ ਉਹ ਕੀ ਹੁੰਦਾ ਵੀ ਕੀ ਕਰਦੇ ਆ, ਹੋਮੋਪੈਥੀ ਦਵਾਈ ਮਿਲਦੀ, ਦੇਸੀ ਦਵਾਈ ਜੀ। ਤੇ ਹੁਣ ਜੇ ਇੱਥੇ ਦੇਖਿਆ ਜਾਣ ਉਹ ਚੀਜ਼ਾਂ ਨੂੰ ਨਾ ਕੋਈ ਫੰਡਿੰਗ ਹੈਗੀ ਤੇ ਨਾ ਉਹਦੇ ਕੋਈ ਕਹਿੰਦਾ ਕੋਈ ਆਊਟਰੀਚ ਪ੍ਰੋਗਰਾਮ, ਕੋਈ ਚੀਜ਼ ਐਸੀ ਚੀਜ਼ ਹੈ ਹੀ ਨਹੀਂ। ਸੋ ਇਹ ਕਹਿੰਦਾ ਭਾਵ ਕਿ ਸਾਨੂੰ ਅੰਤ ਜਾ ਕੇ ਆਪਸ਼ਨ ਹੋਣਾ ਚਾਹੀਦਾ ਹੈ ਜੀ। ਇਹੀ ਤਾਂ ਮੇਨ ਚੀਜ਼ ਹੈ, ਸਾਨੂੰ ਆਪਸ਼ਨ ਦਿਓ। ਇਹ ਨਹੀਂ ਕਹੋ ਕਿ ਸਾਡਾ ਡਿਸੀਜਨ ਬਣਾਓ, ਨਾ ਮੈਂ ਤੁਹਾਨੂੰ ਸਮਝਾ ਸਕਦਾ ਕਿ ਗਲਤ ਹੈ ਜੇਕਰ ਸਹੀ ਹੈ। ਸਾਨੂੰ ਇਹ ਹੈ ਕਿ ਦੇਖੋ ਆਹ ਲਓ ਇਨਫੋਰਮੇਸ਼ਨ, ਹੁਣ ਤੁਹਾਡੀ ਮਰਜ਼ੀ ਹੈ, ਪਰ ਇਹਨਾਂ ਦਾ ਅੱਜ ਕੱਲ੍ਹ ਕੀ ਕੰਮ ਹੈਗਾ, ਡਿਵਾਈਡ ਐਂਡ ਕੌਂਕਰ। ਹੁਣ ਤੁਸੀਂ ਬ੍ਰਾਂਡ 'ਚ ਵੀ ਦੇਖ ਲਓ, ਹੈ ਨਾ, ਇਹ ਹੈਗਾ ਹਿੰਦੂ ਤੇ ਸਿੱਖਾਂ ਦੇ ਵਿੱਚ। ਅਸੀਂ ਲੜਾਈਆਂ ਕਿਉਂ ਕਰਦੇ ਹਾਂ? ਬਿਲਕੁਲ
ਇਹਨਾਂ ਜਾਣ ਬੁੱਝ ਨਾਲ ਇਹ ਕੀ ਕਰਦੇ ਆ, ਵਿੱਚ ਲੜਾਈਆਂ ਕਰ ਦਿੰਦੇ ਆ, ਤੇ ਫਿਰ ਜਿਹੜੇ ਸਿਟੀ ਵਾਲੇ ਹੈਗੇ ਆ ਉਹ ਹੱਸ ਕੇ ਆਪਾਂ ਮਰਜ਼ੀਆਂ ਕਰਦੇ, ਅਸੀਂ ਵਿੱਚ ਲੜਾਈਆਂ ਕਰਦੇ ਆ, ਇਹ ਪਿੱਛੇ ਪੈਸੇ ਖਾਈ ਜਾਂਦੇ ਆ। ਸੋ ਕਹਿਣ ਦਾ ਭਾਵ ਕਿ ਹੁਣ ਇਹਦਾ ਕਾਰਨ ਕੀ ਹੈ, ਅਸੀਂ ਤੇ ਕੈਨੇਡਾ 'ਚ ਆਏ ਹੋਏ ਹਾਂ ਹਨਾ, ਤਰੱਕੀ ਕਰਨ ਲਈ, ਬੱਚੇ ਪਾਲਣ ਲਈ, ਜੋ ਐਡਵਾਂਸ ਹੋਣ ਲਈ, ਤੇ ਅਸੀਂ ਲੜਾਈ ਵਿੱਚ ਕਰਦੇ ਹਾਂ, ਉਹ ਸੈਂਸ ਬਣਦਾ ਨਹੀਂ। ਸੋ ਇਹਨਾਂ ਦਾ ਇਹੀ ਚੀਜ਼ ਹੈ, ਜਿੱਦਾਂ ਤੁਸੀਂ ਦੇਖੋ ਇੰਡੀਆ 'ਚ ਵੀ ਜਦੋਂ ਕਿਸਾਨਾਂ ਦਾ ਚੱਲਿਆ ਸੀ, ਉੱਥੇ ਵੀ ਡਿਵਾਈਡ ਐਂਡ ਕਾਂਕਰ ਜੀ, ਪਰ ਜਦੋਂ ਉਹ ਚੀਜ਼ ਮਿਟਾਈ ਗਈ ਤੇ ਸਾਰਿਆਂ ਨੂੰ ਸੋਚੇ ਕਿ ਅਸੀਂ ਇੱਕ ਹੈਗੇ ਹਾਂ ਜੀ, ਫਿਰ ਆਵਾਜ਼ ਉਠਾਈ ਗਈ ਜੀ। ਦੋਨਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਤੇ ਸਟੂਡੀਓ ਪਹੁੰਚੇ। ਤੇ ਜ਼ਰੂਰ ਜੀ ਸਾਰਿਆਂ ਨੂੰ ਕਹਿਣਾ ਚਾਹਾਂਗੇ, ਜਿਹੜੇ ਸਾਡੇ ਹੱਕਾਂ ਦੀ ਅਵੇਅਰਨੈਸ ਇਵੈਂਟ ਕਰਾ ਰਹੇ ਆ, ਤੇ ਜ਼ਰੂਰ ਉੱਥੇ ਤੁਸੀਂ ਵੀ ਸ਼ਿਰਕਤ ਕਰਿਓ। April 23 ਨੂੰ, ਜਿਹੜਾ 23 ਅਪ੍ਰੈਲ ਨੂੰ, ਜਿਹੜਾ ਸਾਡੇ ਸਕਰੀਨ ਤੇ ਦਿੱਤਾ ਹੋਇਆ, ਉਹਦੇ ਤੇ ਈਵਨ ਟਾਈਮ ਵੀ ਲਿਖਿਆ ਹੋਇਆ ਤੇ ਉਹਦਾ ਐਡਰੈਸ ਵੀ ਲਿਖਿਆ ਹੋਇਆ, ਤੇ ਫੋਨ ਨੰਬਰ ਵੀ ਹੈ, ਜੇ ਤੁਸੀਂ ਕੰਟੈਕਟ ਕਰਨਾ ਹੋਵੇ ਤਾਂ ਤੁਸੀਂ ਉੱਥੇ ਜਾ ਸਕਦੇ ਹੋ। ਤੇ ਜ਼ਰੂਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਸਾਨੂੰ ਕਰਨੀਆਂ ਚਾਹੀਦੀਆਂ ਅਵੇਅਰਨੈਸ ਵਾਲੀਆਂ, ਤਾਂ ਕਿ ਜਿਹੜੀਆਂ ਵੀ ਕਿਸੇ ਨੂੰ ਪ੍ਰੋਬਲਮਾਂ ਤਾਂ ਉਹਨਾਂ 'ਚੋਂ ਕੱਢਿਆ ਜਾ ਸਕੇ। ਤੇ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਹ ਅਵੇਅਰਨੈਸ ਜਿਹੜੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾ ਸਕੇ। ਇਹ ਈਵੈਂਟ ਬਾਰੇ ਵੱਧ ਤੋਂ ਵੱਧ ਜਿਹੜਾ ਆਪਾਂ ਦੱਸ ਸਕੀਏ, ਤਾਂ ਕਿ ਉੱਥੇ ਇਹ ਜਾ ਕੇ ਸਾਰੇ ਆਪੋ ਆਪਣੇ ਵਿਚਾਰ, ਆਪੋ ਆਪਣੀਆਂ ਸਮੱਸਿਆਵਾਂ ਜਿਹੜੀਆਂ ਰੱਖ ਸਕਦੇ ਆ। ਤੇ ਪ੍ਰੋਗਰਾਮ ਦੇਖਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।